ਵਾਹਿਗੁਰੂ ਜਿਸਮੈ ਵਾਹਿਗੁਰੂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਹਮ ਸੰਗ ਸੰਧ ਨ੍ਰਿਪ ਭੀਮ ਚੰਦ, ਜਗ ਬਿਖੈ ਬਿਦਤ ਜਹ ਕਹਿ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਲੜੀਵਾਰ ਜੋ ਇਤਿਹਾਸ ਆਪਾਂ ਕਥਾ ਦੇ ਅੰਦਰ ਸਰਵਣ ਕਰ ਰਹੇ ਹਾਂ, ਤੇ ਇਸ ਇਤਿਹਾਸ ਦੇ ਅੰਦਰ ਆਪਾਂ ਇਹ ਬਚਨ ਸਰਵਣ ਕੀਤੇ ਕਿ ਜੋ ਕਟੋਚੀਆ ਰਾਜਾ ਹੈ, ਉਹਦੇ ਕੋਲ ਇੱਕ ਪਠਾਨ ਜਿਹੜਾ ਹੈ ਉਹ ਆਪਣਾ ਇਕਾਰ ਇਕੱਠਾ ਕਰਨ ਵਾਸਤੇ, ਟੈਕਸ ਇਕੱਠਾ ਕਰਨ ਵਾਸਤੇ, ਨਾਮ ਹੈ ਅਲਫ ਖਾਨ। ਮੀਆਂ ਖਾਨ ਨੇ ਇਸ ਨੂੰ ਭੇਜਿਆ। ਕਟੋਚੀਏ ਰਾਜੇ ਨੇ ਆਖਿਆ ਕਿ ਭੀਮ ਚੰਦ ਰਾਜਾ ਸਾਰਿਆਂ ਤੋਂ ਵੱਡਾ ਹੈ, ਉਹਦੇ ਕੋਲ ਬਹੁਤੀ ਮਾਇਆ ਹੈ, ਪਹਿਲਾਂ ਉਹਦੇ ਕੋਲੋਂ ਟੈਕਸ ਇਕੱਠਾ ਕਰਨਾ ਕਰੋ। ਇਸ ਤਰ੍ਹਾਂ ਇਹ ਜਿਹੜਾ ਅਲਫ ਖਾਨ ਹੈ ਆਪਣੀ ਵੱਡੀ ਫੌਜ ਲੈ ਕੇ ਰਾਜੇ ਭੀਮ ਚੰਦ ਦੀ ਰਿਆਸਤ ਦੇ ਅੰਦਰ ਆ ਕੇ ਪ੍ਰਵੇਸ਼ ਹੋਇਆ। ਇੱਧਰੋਂ ਭੀਮ ਚੰਦ ਰਾਜੇ ਨੇ ਟੈਕਸ ਦੇਣ ਤੋਂ ਨਾ ਕਰਦਿਆਂ ਹੋਇਆਂ ਜੰਗ ਕਰਨ ਦੀ ਤਿਆਰੀ ਕੀਤੀ ਹੈ। ਮੰਤਰੀਆਂ ਨੇ ਸਲਾਹ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣੇ ਪਾਸੇ ਆਪਣੇ ਨਾਲ ਮਦਦ ਵਾਸਤੇ ਸੱਦਣਾ ਕਰੋ। ਭੀਮ ਚੰਦ ਰਾਜੇ ਦਾ ਵਜ਼ੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਇਆ ਹੈ ਕਿ ਮਹਾਰਾਜ ਸਾਡੇ ਨਾਲ ਮਿਲ ਕੇ ਤੁਸੀਂ ਦੁਸ਼ਮਣ ਨਾਲ ਜੰਗ ਕਰੋ। ਸਤਿਗੁਰੂ ਅੱਗੋਂ ਕੀ ਜਵਾਬ ਦੇਣਗੇ ਇਹ ਅੱਜ ਆਪਾਂ ਸਰਵਣ ਕਰਾਂਗੇ। ਆਓ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਸੰਗ ਸੰਧ ਨ੍ਰਿਪ ਭੀਮ ਚੰਦ। ਸਤਿਗੁਰੂ ਪਾਤਸ਼ਾਹ ਜਦੋਂ ਵਜ਼ੀਰ ਨੇ ਆਖਿਆ ਨਾ ਮਹਾਰਾਜ ਵੀ ਭੀਮ ਚੰਦ ਰਾਜਾ ਆਪ ਜੀ ਦੀ ਮਦਦ ਚਾਹੁੰਦਾ, ਤੇ ਸਤਿਗੁਰੂ ਸੋਚਣ ਲੱਗ ਪਏ, ਵਿਚਾਰਦੇ ਪਏ ਕਿ ਰਾਜੇ ਭੀਮ ਚੰਦ ਦੀ ਸਾਡੇ ਨਾਲ ਸੰਧੀ ਹੋ ਗਈ ਹੈ, ਭਾਵ ਕਿ ਪਿੱਛੇ ਮਿਲਾਪ ਹੋਇਆ ਹੈ। ਜਗ ਵੇਖੈ ਬਿਦਤ ਜਹ ਕਹਿ ਬਿਲੰਦ। ਇਹ ਸਾਰੇ ਸੰਸਾਰ ਵਿੱਚ ਗੱਲ ਪ੍ਰਗਟ ਹੀ ਹੈ, ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਸਾਰੇ ਹੀ ਇਹ ਗੱਲ ਜਾਣਦੇ ਨੇ ਕਿ ਭੀਮ ਚੰਦ ਰਾਜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਵਿੱਚ ਪਿਆ ਹੈ। ਇਹ ਹਾਰ ਜਾਏ ਨੀਕੀ ਨਾ ਸੋਏ। ਜੇ ਇਹ ਰਾਜਾ ਹਾਰ ਗਿਆ ਉਸ ਅਲਫ ਖਾਨ ਦੇ ਕੋਲੋਂ ਤੇ ਇਹ ਗੱਲ ਚੰਗੀ ਨਹੀਂ ਹੋਵੇਗੀ। ਹਮ ਦਿਸ਼ਾ ਅਰੂਪੈਨ ਦੋਸ਼ ਕੋਏ। ਸਾਰੇ ਸਾਨੂੰ ਦੋਸ਼ ਅਰਪਣ ਕਰਨਗੇ। ਸਾਰਿਆਂ ਨੇ ਕਹਿਣਾ ਵੀ ਭੀਮ ਚੰਦ ਰਾਜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਵਿੱਚ ਗਿਆ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਦਦ ਨਹੀਂ ਕੀਤੀ, ਰਾਜਾ ਹਾਰ ਗਿਆ। ਇਹ ਸਾਰੇ ਲੋਕ, ਸਾਰੇ ਰਾਜੇ ਸਾਨੂੰ ਦੋਸ਼ ਦੇਣਗੇ, ਸਾਡਾ ਗੁਨਾਹ ਕੱਢਣਗੇ ਵੀ ਇਹ ਮਹਾਰਾਜ ਨੇ ਮਦਦ ਨਹੀਂ ਕੀਤੀ ਹੈ। ਜੈ ਪਾਏ ਜਾਏ ਜਾਂ ਤੇ ਸਹਾਏ। ਇਸ ਕਰਕੇ ਇਸ ਦੀ ਸਹਾਇਤਾ ਕਰਨੀ ਚਾਹੀਦੀ ਹੈ, ਜਿਸ ਕਰਕੇ ਇਹਦੀ ਜਿੱਤ ਹੋਵੇ, ਇਹ ਜਿੱਤ ਜਾਵੇ। ਭੀਮ ਚੰਦ ਰਾਜਾ
ਇਸ ਕਰਕੇ ਇਹਦੀ ਮਦਦ ਕਰਨੀ ਚਾਹੀਦੀ ਹੈ। ਗੁਰ ਚੜਨ ਹੇਤ ਕੀਨੋ ਉਪਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰੀਆਂ ਗੱਲਾਂ ਬਾਤਾਂ ਸੋਚ ਕੇ ਸਿੱਖਾਂ ਨੂੰ ਕਹਿਣ ਲੱਗੇ ਵੀ ਜੰਗ ਵਾਸਤੇ ਤਿਆਰ ਹੋ ਕੇ ਚੜ੍ਹਨ ਵਾਸਤੇ ਤਿਆਰੀ ਕਰਨਾ ਕਰੋ। ਚਿੱਤ ਵੇਖੈ ਚੌਂਪ ਚੌਗੁਣ ਅਦੋਤ। ਕਿਉਂਕਿ ਸਤਿਗੁਰਾਂ ਦੇ ਮਨ ਦੇ ਵਿੱਚ ਲੜਨ ਦੀ ਬਹੁਤ ਜ਼ਿਆਦੀ ਚਾਹ ਹੈ, ਬੜਾ ਜ਼ਿਆਦਾ ਲੜਨ ਦਾ ਚਾਹ ਹੈ ਮਨ ਦੇ ਵਿੱਚ। ਔਰ ਇਹ ਬਹਾਨਾ ਮਿਲ ਗਿਆ ਭੀਮ ਚੰਦ ਰਾਜੇ ਦਾ ਕਿ ਉਹਦੇ ਨਾਲ ਮਿਲ ਕੇ ਜੰਗ ਕਰਨਾ ਹੈ। ਹਿਤ ਲਰਨ ਹਿਰਦੇ ਨਿਤ ਚਾਹੇ ਹੋਤ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਰੋਜ਼ ਹੀ ਜਿਹੜਾ ਹੈ ਲੜਨ ਦਾ ਉਤਸ਼ਾਹ ਰੱਖਦੇ ਨੇ, ਮਨ ਦੇ ਵਿੱਚ ਚਾਅ ਰੱਖਦੇ ਲੜਨ ਦਾ। ਔਰ ਮਹਾਰਾਜ ਦੀਆਂ ਫੌਜਾਂ ਦੇ ਵਿੱਚ ਵੀ ਡਾਢਾ ਚਾਅ ਹੈ ਇਸ ਗੱਲ ਦਾ ਕਿ ਸਾਨੂੰ ਲੜਨ ਦਾ ਕੋਈ ਮੌਕਾ ਮਿਲਣਾ ਕਰੇ। ਜੇ ਨਿਕਟ ਸੈਲਪਤ ਸਕਲ ਜਾਏ। ਜਿਹੜੇ ਹੋਰ ਰਾਜੇ ਸਨ ਨੇੜੇ ਪਹਾੜਾਂ ਦੇ ਵਿੱਚ ਜਿਹੜੇ ਰਾਜ ਕਰਦੇ ਹਨ, ਰਣ ਹੇਤ ਹੋਤ ਇੱਕ ਥਾਂ ਧਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਵੀ ਮਨ ਵਿੱਚ ਵਿਚਾਰਿਆ ਵੀ ਇਹਨਾਂ ਸਾਰਿਆਂ ਰਾਜਿਆਂ ਨੂੰ ਇਸ ਵੇਲੇ ਇਕੱਠੇ ਹੋ ਜਾਣਾ ਚਾਹੀਦਾ ਹੈ। ਹਮ ਬਿਦਤ ਵੀਰ ਲਖ ਜੰਗ ਧੀਰ। ਅਤੇ ਇਸੇ ਤਰ੍ਹਾਂ ਇਹ ਸਾਰੇ ਜਾਣਦੇ ਵੀ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਬਹੁਤ ਵੱਡੇ ਸੂਰਮੇ ਹਨ। ਕਿਮ ਥਿਰੈ ਧਾਮ ਜਿਮ ਹੋਤ ਭੀਰ। ਤੇ ਕਹਿਣ ਲੱਗੇ ਜਦੋਂ ਭੀੜ ਪੈ ਜਾਵੇ, ਬਿਪਤਾ ਪੈ ਜਾਵੇ ਤੇ ਫਿਰ ਕਾਇਰ ਬਣ ਕੇ ਘਰੇ ਵੀ ਬੈਠਿਆ ਨਹੀਂ ਜਾ ਸਕਦਾ ਹੈ। ਇਸ ਕਰਕੇ ਇਹਨਾਂ ਸਾਰੇ ਰਾਜਿਆਂ ਨੂੰ ਇਕੱਠੇ ਹੋ ਕੇ ਜੰਗ ਵਾਸਤੇ ਤਿਆਰ ਹੋਣਾ ਚਾਹੀਦਾ ਹੈ। ਇਤਿਆਦ ਬਾਤ ਚਿਤ ਮੈਂ ਵਿਚਾਰ। ਇਤਿਆਦ ਕਈ ਗੱਲਾਂ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਚਿੱਤ ਵਿੱਚ ਮਨ ਵਿੱਚ ਵਿਚਾਰੀਆਂ ਹਨ। ਪਿਖ ਦਿਸ਼ ਵਜ਼ੀਰ ਧੀਰਜ ਉਚਾਰ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਵਜ਼ੀਰ ਆਇਆ ਸੀ ਨਾ ਭੀਮ ਚੰਦ ਦਾ, ਮਹਾਰਾਜ ਦੀ ਸਹਾਇਤਾ ਲੈਣ ਵਾਸਤੇ, ਮਹਾਰਾਜ ਜੀਆਂ ਨੂੰ ਬੁਲਾਉਣ ਵਾਸਤੇ, ਸੱਦਣ ਵਾਸਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਜ਼ੀਰ ਦੇ ਵੱਲ ਵੇਖਿਆ ਤੇ ਵੇਖ ਕੇ ਮਹਾਰਾਜ ਧੀਰਜ ਦਿੰਦੇ ਹਨ। ਕਉ ਭੀਮ ਚੰਦ ਕੇ ਸੰਗ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵਜ਼ੀਰ ਜਾ ਕੇ ਭੀਮ ਚੰਦ ਰਾਜੇ ਨੂੰ ਕਹਿ ਦੇਣਾ ਕਰ ਹਮ ਹੈ ਤਿਆਰ ਪ੍ਰਾਤੈ ਸਦਾਏ। ਅਸੀਂ ਵੀ ਤਿਆਰ ਹਾਂ ਉਹਦੀ ਮਦਦ ਕਰਨ ਵਾਸਤੇ। ਔਰ ਸਾਡੀ ਮਦਦ ਜਿਹੜੀ ਹੈ ਬਹੁਤਾ ਲੰਮਾ ਸਮਾਂ ਨਹੀਂ ਲੱਗੇਗਾ। ਅਸੀਂ ਸਵੇਰੇ ਹੀ ਫੌਜਾਂ ਨੂੰ ਨਾਲ ਲੈ ਕੇ ਉਹਦੀ ਮਦਦ ਵਾਸਤੇ ਆ ਜਾਂਦੇ ਹਾਂ। ਨਾ ਕਰੋ ਚਿੰਤ ਲਹੋ ਰਿਪਨ ਜੀਤ। ਇਸ ਕਰਕੇ ਚਿੰਤਾ ਨਾ ਕਰੋ ਤੇ ਵੈਰੀ ਨੂੰ ਜਿੱਤਣ ਦਾ ਇੰਤਜ਼ਾਮ ਕਰੋ। ਜਿਹੜਾ ਵੈਰੀ ਹੈ ਨਾ ਅਲਫ ਖਾਨ ਚੜ੍ਹ ਕੇ ਉਹਨੂੰ ਜਿੱਤਣ ਦਾ ਇੰਤਜ਼ਾਮ ਕਰਨਾ ਕਰੋ। ਨਹਿ ਦੇਨ ਦਰਬ ਕੋ ਧਰੋ ਚੀਤ। ਇਸ ਕਰਕੇ ਉਹਨੂੰ ਮਾਇਆ ਨਹੀਂ ਦੇਣੀ ਹੈ, ਇਹ ਗੱਲ ਚਿੱਤ ਵਿੱਚ ਨਾ ਰੱਖੋ। ਉਹ ਅਲਫ ਖਾਨ ਚੱਲ ਕੇ ਆਇਆ ਨਾ ਵੀ ਇੰਨੀ ਮਾਇਆ ਦੇ ਦਿਓ। ਸਤਿਗੁਰੂ ਪਾਤਸ਼ਾਹ ਸੁਨੇਹਾ ਭੇਜਦੇ ਪਏ ਵਜ਼ੀਰ ਦੇ ਰਾਹੀਂ, ਜਾ ਕੇ ਭੀਮ ਚੰਦ ਰਾਜੇ ਨੂੰ ਕਹੋ ਕਿ ਮਾਇਆ ਦੇਣ ਦੀ ਲੋੜ ਨਹੀਂ ਹੈ। ਅਬ ਇਸੈ ਦੇਹੋ ਪੁਨ ਔਰ ਆਏ। ਹੁਣ ਇਹਨੂੰ ਮਾਇਆ ਦੇਵਾਂਗੇ। ਅੱਜ ਇਹ ਆ ਗਿਆ ਨਾ ਪੈਸੇ ਲੈਣ, 5000 10,000 20,000 ਜਿੰਨਾ ਵੀ ਮੰਗਦਾ ਦੇਵਾਂਗੇ। ਇਹ ਲੈ ਕੇ ਚਲਾ ਜਾਏਗਾ। ਇਹਦੀ ਥਾਂ ਤੇ ਕੱਲ ਨੂੰ ਮਹੀਨੇ ਬਾਅਦ ਕੋਈ ਹੋਰ ਆ ਜਾਏਗਾ ਵੀ ਮੈਨੂੰ ਵੀ ਦਿਓ। ਉਹਨੂੰ ਦੇ ਕੇ ਤੋਰਾਂਗੇ, ਮਹੀਨੇ ਬਾਅਦ ਕੋਈ ਹੋਰ ਆ ਜਾਏਗਾ। ਇਹ ਤੇ ਕੋਈ ਨਾ ਕੋਈ ਤੁਰਿਆ ਹੀ ਆਵੇਗਾ। ਇਹ ਤੇ ਇਹਨਾਂ ਦਾ ਮੂੰਹ ਪੈ ਜਾਵੇਗਾ ਇਹਨਾਂ ਦਾ ਵਾਰ-ਵਾਰ ਪੈਸੇ ਲੈ ਕੇ ਆਉਣ ਦਾ। ਅੱਜ ਇਹਨੂੰ ਦੇ ਕੇ ਤੋਰਾਂਗੇ, ਕੱਲ ਨੂੰ ਕਿਸੇ ਦੂਜੇ ਨੂੰ ਇਸ ਨੇ ਭੇਜਣਾ ਹੈ। ਸਭ ਲੈ ਦੰਡ ਤੁਝ ਤੇ ਬਣਾਏ। ਤੇ ਸਾਰੇ ਫਿਰ ਤੈਨੂੰ ਆ ਕੇ ਦੰਡ ਦੇਣਗੇ, ਸਜ਼ਾ ਵੀ ਦੇਣਗੇ ਬਣਾ ਕੇ। ਔਰ ਸਾਰੇ ਜਿਹੜੇ ਨੇ ਉਹ ਇਹ ਮਾਇਆ ਲੈਣਗੇ, ਸਾਰੇ ਮਿਲ ਕੇ ਵਾਰੀ ਆ ਕੇ ਤੇਰੇ ਕੋਲੋਂ ਹਰਜਾਨਾ ਮੰਗਣਾ ਕਰਨਗੇ। ਸ਼ਤਰਨ ਸੰਗ ਧਨ ਭੂਮ ਹੇਤ। ਇਸ ਕਰਕੇ ਦੁਸ਼ਮਣ ਦੇ ਨਾਲ ਨਾ ਧਰਤੀ ਵਾਸਤੇ ਔਰ ਧਨ ਦੇ ਵਾਸਤੇ ਸ਼ਤਰੀਨ ਕਾਮ ਲੜ ਜੰਗ ਖੇਤ। ਛਤਰੀਆਂ ਦਾ ਕੰਮ ਇਹ ਆ ਵੀ ਲੜਨਾ ਚਾਹੀਦਾ ਜੰਗ ਦੇ ਮੈਦਾਨ ਦੇ ਵਿੱਚ। ਜਿਹੜਾ ਛਤਰੀ ਹੈ ਨਾ ਸ਼ਾਸਤਰਧਾਰੀ, ਗੁਰੂ ਘਰ ਦੇ ਵਿੱਚ ਛਤਰੀ ਉਹਨੂੰ ਕਿਹਾ ਜਾਂਦਾ ਜਿਹੜਾ ਸ਼ਸਤਰਧਾਰੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ਸਤਰਧਾਰੀ ਵਿਅਕਤੀ ਦਾ ਕੰਮ ਇਹ ਹੈ, ਉਹਦੀ ਡਿਊਟੀ ਇਹ ਹੈ ਕਿ ਧਨ ਵਾਸਤੇ ਵੀ ਜੰਗ ਕਰੇ ਔਰ ਜ਼ਮੀਨ ਵਾਸਤੇ ਵੀ ਜੰਗ ਕਰੇ। ਛਤਰੀ ਜਿਹੜਾ ਧਰਤੀ ਵਾਸਤੇ ਔਰ ਧਨ ਵਾਸਤੇ ਜੰਗ ਕਰਦਾ ਹੈ। ਪ੍ਰਿਯ ਪ੍ਰਾਨ ਜਾਦ ਗੀਦੀ ਡਰੰਤ। ਇਸ ਕਰਕੇ ਜਿਹੜੇ ਤੇ ਸੂਰਮੇ ਨੇ ਉਹ ਤੇ ਜੰਗ ਕਰਦੇ ਤੇ ਜੰਗ ਵਿੱਚੋਂ ਜਿੱਤਾਂ ਪ੍ਰਾਪਤ ਕਰਦੇ, ਸੂਰਮੇ ਬਣਦੇ। ਜਿਹੜੇ ਗੀਦੀ ਕਾਇਰ ਨੇ, ਡਰਪੋਕ, ਡਰ ਜਾਣ ਵਾਲੇ,
ਉਹ ਹਮੇਸ਼ਾ ਡਰਿਆ ਕਰਦੇ ਹਨ। ਉਪਹਾਸ ਇਹਾਂ ਅਪਵਾਦਵੰਤ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਹੜੇ ਡਰਪੋਕ ਨੇ ਲੋਕ ਉਹਨਾਂ ਨੂੰ ਇੱਥੇ ਵੀ ਮਖੌਲ ਕਰਦੇ, ਹਾਸੀ ਕਰਦੇ। ਕਿਤੇ ਚਾਰ ਬੰਦਿਆਂ ਜਾ ਕੇ ਬੈਠਣਗੇ, ਲੋਕ ਮਖੌਲ ਕਰਨਗੇ, ਆਹ ਗਿੱਦੜ ਆ ਗਿਆ, ਕਾਇਰ ਆ ਗਿਆ ਡਰਨ ਵਾਲਾ। ਤੇ ਜਦੋਂ ਮਰ ਕੇ ਇੱਥੋਂ ਜਾਏਗਾ ਦੁਨੀਆ ਤੋਂ, ਤੇ ਪਰਲੋਕ ਦੇ ਵਿੱਚ ਵੀ ਕੋਈ ਸਤਿਕਾਰ ਨਹੀਂ ਮਿਲੇਗਾ। ਕਾਇਰ ਆਦਮੀ, ਡਰਪੋਕ, ਜਿਹੜਾ ਕੇਵਲ ਨਿੰਦਿਆ ਹੀ ਕਰ ਸਕਦਾ, ਜਿਹੜਾ ਕੇਵਲ ਚੁਗਲੀ ਕਰ ਸਕਦਾ, ਪਰ ਆਪ ਕੁਝ ਕਰ ਨਹੀਂ ਸਕਦਾ। ਜਿੱਧਰ ਨੂੰ ਵੇਖਿਆ ਪੱਲੜਾ ਭਾਰੀ ਹੈ, ਉਧਰ ਨੂੰ ਹੋ ਤੁਰਿਆ। ਐਸੇ ਵਿਅਕਤੀ ਨੂੰ ਲੋਕ ਇੱਥੇ ਵੀ ਮਖੌਲ ਕਰਦੇ, ਨਿੰਦਿਆ ਹੁੰਦੀ, ਅਪਜਸ ਹੁੰਦਾ, ਤੇ ਮਰ ਕੇ ਪਰਲੋਕ ਦੇ ਵਿੱਚ ਵੀ ਉਸ ਨੂੰ ਅਪਜਸ ਦੀ ਪ੍ਰਾਪਤੀ ਹੁੰਦੀ ਹੈ। ਪਰਲੋਕ ਵਿਖੈ ਗਤ ਨਹਿਨ ਆਸ਼। ਅਤੇ ਪਰਲੋਕ ਦੇ ਵਿੱਚ ਵੀ ਉਹਦੀ ਕੋਈ ਚੰਗੀ ਗਾਤ ਨਹੀਂ ਹੁੰਦੀ, ਕੋਈ ਚੰਗਾ ਸਨਮਾਨ ਨਹੀਂ ਹੁੰਦਾ, ਕੋਈ ਚੰਗੀ ਜਗ੍ਹਾ ਨਹੀਂ ਮਿਲਦੀ ਹੈ। ਜਾਂ ਤੇ ਸੁਜਾਨ ਸੰਗਰਾਮ ਬਾਸ਼। ਇਸ ਕਰਕੇ ਜਿਹੜੇ ਸਿਆਣੇ ਲੋਕ ਨੇ ਨਾ, ਉਹ ਤੇ ਫਿਰ ਜੰਗ ਹੀ ਚਾਹੁੰਦੇ ਨੇ, ਵੀ ਜੰਗ ਹੀ ਹੋਵੇ, ਸੂਰਮੇ ਤੇ ਜੰਗ ਦੀਆਂ ਗੱਲਾਂ ਕਰਦੇ ਹਨ। ਸੁਣ ਕੇ ਵਜ਼ੀਰ ਆਨੰਦ ਪਾਏ। ਜਦੋਂ ਵਜ਼ੀਰ ਨੇ ਸੁਣੇ ਨਾ 10ਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਵੀ ਜੰਗ ਕਰਨਾ ਚਾਹੀਦਾ, ਤੇ ਅਸੀਂ ਭੀਮ ਚੰਦ ਦੀ ਮਦਦ ਵਾਸਤੇ ਤਿਆਰ ਹਾਂ, ਅਸੀਂ ਪਹੁੰਚ ਜਾਵਾਂਗੇ, ਤੇ ਜੰਗ ਕਰਕੇ ਇਸ ਵਜ਼ੀਰ ਨੂੰ ਅਲਫ ਖਾਨ ਨੂੰ ਭਜਾਉਣਾ ਚਾਹੀਦਾ। ਇਹ ਗੱਲਾਂ ਜੋ 10ਵੇਂ ਪਾਤਸ਼ਾਹ ਦੇ ਮੁਖੋਂ ਸੁਣੀਆਂ, ਤੇ ਕਹਿਣ ਲੱਗੇ, ਵਜ਼ੀਰ ਬੜਾ ਖੁਸ਼ ਹੋਇਆ ਹੈ। ਘਰ ਬੰਦ ਬੰਧਨਾ ਕੀਨ ਪਾਏ। ਹੱਥ ਜੋੜ ਕੇ ਇਸ ਵਜ਼ੀਰ ਨੇ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਧਰ ਅਧਿਕ ਸ਼ੀਘਰਤਾ ਗਇਓ ਧਾਏ। ਸਤਿਗੁਰਾਂ ਨੂੰ ਸੁਨੇਹਾ ਦੇ ਕੇ, ਮਹਾਰਾਜ ਦੇ ਕੋਲੋਂ ਸੁਨੇਹਾ ਲੈ ਕੇ ਦੱਸਿਆ ਸੀ ਨਾ ਵੀ ਮਹਾਰਾਜ ਭੀਮ ਚੰਦ ਜੰਗ ਕਰਨਾ ਚਾਹੁੰਦਾ, ਦੁਸ਼ਮਣ ਚੜ੍ਹ ਕੇ ਆ ਗਿਆ ਘਰ ਦੇ ਵਿੱਚ, ਆਪ ਜੀ ਦੀ ਮਦਦ ਚਾਹੀਦੀ ਹੈ। ਇੱਧਰੋਂ ਸਤਿਗੁਰਾਂ ਨੇ ਕਿਹਾ ਵੀ ਫਿਕਰ ਨਾ ਕਰੋ, ਅਸੀਂ ਸਵੇਰ ਤੱਕ ਤੁਹਾਡੀ ਮਦਦ ਵਾਸਤੇ ਪਹੁੰਚ ਜਾਵਾਂਗੇ, ਤੇ ਦੁਸ਼ਮਣ ਨੂੰ ਮਾਰ ਕੇ ਭਜਾਉਣ ਵਿੱਚ ਹੀ ਭਲਾ ਹੈ, ਭਜਾਉਣਾ ਚਾਹੀਦਾ ਦੁਸ਼ਮਣ ਨੂੰ ਮਾਰ ਕੇ। ਇਹ ਬਚਨ ਜਦੋਂ ਮਹਾਰਾਜ ਨੇ ਆਖੇ, ਵਜ਼ੀਰ ਨੇ ਸੁਣੇ, ਬੜਾ ਖੁਸ਼ ਹੋ ਕੇ ਆਪਣੇ ਰਾਜੇ ਨੂੰ ਦੱਸਣ ਵਾਸਤੇ ਪਿੱਛੇ ਸੁਨੇਹਾ ਦੇਣ ਵਾਸਤੇ ਚੱਲਿਆ ਹੈ। ਨ੍ਰਿਪ ਭੀਮ ਚੰਦ ਕੋ ਸਭ ਸੁਨਾਏ। ਜਿਵੇਂ ਜਿਵੇਂ ਮਹਾਰਾਜ ਨੇ ਆਖਿਆ ਸੀ, ਸਾਰੀਆਂ ਗੱਲਾਂ ਵਜ਼ੀਰ ਨੇ ਜਾ ਕੇ ਆਪਣੇ ਰਾਜੇ ਭੀਮ ਚੰਦ ਨੂੰ ਦੱਸੀਆਂ, ਕਿ ਮਹਾਰਾਜ ਜੰਗ ਕਰਨ ਦਾ ਸਲਾਹ ਦਿੰਦੇ ਵੀ ਜੰਗ ਕਰਨੀ ਚਾਹੀਦੀ ਹੈ। ਮਹਾਰਾਜ ਕਹਿ ਰਹੇ ਨੇ ਕਿ ਦੁਸ਼ਮਣ ਦੇ ਸਾਹਮਣੇ ਲੜਨਾ ਠੀਕ ਹੈ, ਮਾਰਨਾ ਠੀਕ ਹੈ, ਭਜਾਉਣਾ ਠੀਕ ਹੈ। ਇਹ ਗੱਲਾਂ ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸੀਆਂ, ਬੜਾ ਖੁਸ਼ ਹੋਇਆ ਹੈ। ਗੁਰ ਕਹਿਓ ਵਾਕ ਰਣਜੀਤ ਤੋਹੇ। ਅਤੇ ਸਤਿਗੁਰੂ ਪਾਤਸ਼ਾਹ ਨੇ ਇਹ ਬਚਨ ਵੀ ਕੀਤਾ ਵੀ ਤੇਰੀ ਜੰਗ ਵਿੱਚ ਜਿੱਤ ਹੋਵੇਗੀ। ਪਹਿਲਾਂ ਤੇ ਭੀਮ ਚੰਦ ਮਹਾਰਾਜ ਨੂੰ ਆਪਣਾ ਵੈਰੀ ਦੁਸ਼ਮਣ ਸਮਝਦਾ, ਪਰ ਅੱਜ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਜੰਗ ਮੈਦਾਨ ਵਿੱਚੋਂ ਹਾਰਿਆ, ਹਾਰਨ ਦੇ ਕਰਕੇ ਹੁਣ ਇਹ ਮਹਾਰਾਜ ਸਾਹਿਬ ਜੀ ਦੇ ਉੱਪਰ ਭਰੋਸਾ ਰੱਖਦਾ ਹੈ। ਵਜ਼ੀਰ ਨੇ ਇਹ ਗੱਲ ਕਹੀ ਹੈ, ਸਤਿਗੁਰਾਂ ਦੇ ਬਚਨ ਇਹ ਨੇ ਕਿ ਭੀਮ ਚੰਦ ਦੀ ਜਿੱਤ ਹੋਵੇਗੀ। ਭੀਮ ਚੰਦ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ, ਵੀ ਜੇ ਸਤਿਗੁਰਾਂ ਨੇ ਕਹਿਤਾ ਨਾ ਵੀ ਜਿੱਤ ਹੋਵੇਗੀ, ਤੇ ਇਹਦਾ ਮਤਲਬ ਜਿੱਤ ਹੀ ਹੋ ਜਾਏਗੀ। ਮਹਾਰਾਜ ਨੇ ਕੇਵਲ ਬਚਨ ਨਹੀਂ ਕੀਤੇ, ਸਾਨੂੰ ਵਰ ਦਿੱਤਾ ਹੈ ਜੰਗ ਵਿੱਚੋਂ ਜਿੱਤਣ ਦਾ। ਇਹ ਜਿੱਤ ਹੋਣ ਦੇ ਬਚਨ ਆਖੇ ਹਨ। ਨਹਿ ਮਿਟੋ ਸੁਜਸ ਸਭ ਮਾਹੇ ਹੋਏ। ਅਤੇ ਸਤਿਗੁਰੂ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਕਿ ਤੇਰਾ ਜਸ ਮਿਟੇਗਾ ਨਹੀਂ, ਸਗੋਂ ਤੇਰਾ ਜਸ ਹੋਰ ਬਹੁਤਿਆਂ ਵਿੱਚ ਹੋਵੇਗਾ, ਤੇਰੀ ਹੋਰ ਬਹੁਤੀ ਵਡਿਆਈ ਹੋਵੇਗੀ। ਇਹ ਵੀ ਬਚਨ ਮਹਾਰਾਜ ਨੇ ਆਖੇ ਨੇ। ਇਹ ਵਜ਼ੀਰ ਜਾ ਕੇ ਦੱਸਦਾ ਪਿਆ, ਸਤਿਗੁਰੂ ਕਹਿ ਰਹੇ ਨੇ ਕਿ ਇਸ ਰਾਜੇ ਦਾ ਜਸ ਹੋਰ ਬਹੁਤਾ ਹੋਣਾ ਹੈ। ਉੱਠ ਕੇ ਪ੍ਰਭਾਤ ਅਸਵਾਰੇ ਆਪ। ਅਤੇ ਕੱਲ ਨੂੰ ਸਵੇਰੇ ਮਹਾਰਾਜ ਆਪ ਚੜ੍ਹ ਪੈਣਗੇ ਫੌਜ ਲੈ ਕੇ। ਸਤਿਗੁਰਾਂ ਨੇ ਵੀ ਤੇ ਇਹੋ ਬਚਨ ਕੀਤੇ ਨਾ ਵਜ਼ੀਰ ਦੇ ਨਾਲ, ਵੀ ਆਪਣੇ ਰਾਜੇ ਨੂੰ ਕਹਿ ਦਿਓ ਵੀ ਤਿਆਰ ਹੋ ਕੇ ਜੰਗ ਮੈਦਾਨ ਵਿੱਚ ਵਧਣਾ ਕਰੇ, ਕੱਲ ਨੂੰ ਅਸੀਂ ਵੀ ਮਦਦ ਵਾਸਤੇ ਪਹੁੰਚ ਜਾਵਾਂਗੇ। ਉਹ ਵਜ਼ੀਰ ਇੱਥੇ ਕਹਿ ਰਿਹਾ ਆਪਣੇ ਰਾਜੇ ਨੂੰ ਕਿ ਸਤਿਗੁਰੂ ਕੱਲ ਨੂੰ ਮਦਦ ਵਾਸਤੇ ਆਉਂਦੇ ਹਨ। ਪਹੁੰਚਾਏ ਪ੍ਰਭੂ ਗਨ ਛਤਰ ਖਾਪ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੇਰੀ ਮਦਦ ਵਾਸਤੇ ਪਹੁੰਚ ਜਾਣਗੇ, ਅਤੇ ਬਹੁਤੇ ਦੁਸ਼ਮਣਾਂ ਨੂੰ ਮਹਾਰਾਜ ਨੇ ਨਾਸ ਕਰ ਦੇਣਾ ਹੈ। ਸੁਨ ਭੀਮ ਚੰਦ ਕੀ ਹਰਖ ਭੂਰ। ਜਦੋਂ ਭੀਮ ਚੰਦ ਰਾਜੇ ਨੇ ਗੁਰਮੁਖੋਂ ਸੁਣੀਆਂ ਨਾ ਗੱਲਾਂ, ਪਹਿਲੀ ਗੱਲ ਤੇ ਇਹ ਵੀ ਮਹਾਰਾਜ ਮਦਦ ਵਾਸਤੇ ਮੰਨ ਗਏ। ਦੂਜੀ ਗੱਲ ਇਹ ਆ ਵੀ ਮਹਾਰਾਜ ਨੇ ਆਖਿਆ ਭੀਮ ਚੰਦ ਤੇਰੀ ਜਿੱਤ ਹੋਵੇਗੀ।
ਤੇ ਤੀਜਾ ਬਚਨ ਮਹਾਰਾਜ ਨੇ ਆਖਿਆ ਵੀ ਤੇਰਾ ਜਸ ਹੋਵੇਗਾ ਇਸ ਜੰਗ ਦੇ ਵਿੱਚ। ਇਹ ਗੱਲਾਂ ਸੁਣ ਕੇ ਭੀਮ ਚੰਦ ਰਾਜਾ ਬੜਾ ਖੁਸ਼ ਹੋਇਆ ਹੈ। ਲੀਨੋ ਬਟੋਰ ਦਲ ਮਹਿਦ ਸੂਰ। ਜੰਗ ਵਾਸਤੇ ਕੁਝ ਪਹਿਲਾਂ ਹੀ ਤਿਆਰੀ ਕਰੀ ਬੈਠਾ, ਪਰ ਇਧਰੋਂ ਮਹਾਰਾਜ ਦੀ ਮਦਦ ਮਿਲਣ ਕਰਕੇ ਔਰ ਮਹਾਰਾਜ ਦੇ ਵੱਲੋਂ ਇਹ ਬਚਨ ਹੋ ਗਿਆ ਵੀ ਹਾਂ ਜੰਗ ਕਰਨਾ ਤੇ ਜਿੱਤਣਾ ਹੈ। ਰਾਜੇ ਦੇ ਮਨ ਵਿੱਚ ਹੋਰ ਉਤਸ਼ਾਹ ਪੈਦਾ ਹੋਇਆ। ਇਸ ਨੇ ਆਪਣੀ ਸਾਰੀ ਫੌਜ ਇਕੱਠੀ ਕੀਤੀ ਹੈ। ਦੁੰਦਬ ਬਜਾਏ ਤਿਆਰੀ ਸੋਕੀਨ। ਇਧਰੋਂ ਸੂਰਮਿਆਂ ਨੇ ਨਗਾਰੇ ਵਜਾਏ। ਫੌਜ ਦੇ ਕੋਲ ਬਾਜਾ ਹੈ ਨਾ, ਬਾਜਾ ਵਜਾਉਣ ਵਾਲਾ। ਬਾਜਾ ਕੀ ਹੈ? ਨਗਾਰਾ। ਨਗਾਰਾ ਵਜਾਇਆ ਗਿਆ ਫੌਜ ਨੂੰ ਤਿਆਰ ਹੋਣ ਵਾਸਤੇ, ਜੰਗ ਲੜਨ ਦਾ ਇਸ਼ਾਰਾ ਕਰਨ ਵਾਸਤੇ ਔਰ ਦੁਸ਼ਮਣ ਨੂੰ ਦੱਸਣ ਵਾਸਤੇ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਜੰਗ ਵਿੱਚ ਅੱਗੇ ਵਧਾਂਗੇ। ਨਗਾਰੇ ਵਜਾਏ ਹਨ। ਚੜ ਚਲਿਓ ਸਹਾਇਕ ਸੰਗਲੀਨ। ਆਪਣੇ ਨਾਲ ਆਪਣੇ ਸਾਥੀ ਲੈ ਕੇ, ਵਜ਼ੀਰ ਲੈ ਕੇ, ਫੌਜ ਲੈ ਕੇ, ਆਪਣੇ ਮਦਦਗਾਰ ਹੋਰ ਰਾਜੇ ਨਾਲ ਲੈ ਕੇ ਚੜ ਕੇ ਭੀਮ ਚੰਦ ਚੱਲਿਆ ਹੈ। ਅਬ ਸੁਨੋ ਨਾਮ ਤਿਨ ਕੇ ਭਨੰਤ। ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਜਿਹੜੇ ਰਾਜੇ ਭੀਮ ਚੰਦ ਦੀ ਮਦਦ ਵਾਸਤੇ ਆਏ, 22 ਰਾਜੇ ਨੇ ਰਿਆਸਤਾਂ ਦੇ, ਕਿੰਨੇ ਕੁ ਮਦਦ ਵਾਸਤੇ ਆਏ? ਜਿਹੜੇ ਨਾਲ ਆਏ ਨੇ ਮਦਦ ਕਰਨ ਵਾਸਤੇ, ਉਹਨਾਂ ਦੇ ਨਾਮ ਅਸੀਂ ਦੱਸਦੇ ਹਾਂ। ਜੇ ਚਲੈ ਸਾਥ ਭਟ ਓਜਵੰਤ। ਜਿਹੜੇ ਸੂਰਮੇ ਨਾਲ ਚੱਲੇ ਨੇ, ਜਿਹੜੇ ਸੂਰਮੇ ਬੜੇ ਬਲ ਵਾਲੇ, ਬਹੁਤੇ ਬਲ ਵਾਲੇ ਸੂਰਮੇ ਨੇ, ਜਾਂ ਰਾਜੇ ਜਿਹੜੇ ਚੱਲੇ ਨਾਲ, ਉਹਨਾਂ ਦੇ ਨਾਮ ਇਸ ਤਰ੍ਹਾਂ ਕਥਨ ਕੀਤੇ ਹਨ। ਦੋਹਰਾ ਰਾਮ ਸਿੰਘ ਜਸਵਾਰੀਆ ਲੈ ਨਿਜ ਸੰਗ ਸਿਪਾਹੇ। ਇਹਨਾਂ ਵਿੱਚੋਂ ਗੁਰਮੁਖੋ ਰਾਮ ਸਿੰਘ ਨਾਮ ਦਾ ਇੱਕ ਰਾਜਾ ਹੈ, ਰਾਜਪੂਤ ਰਾਜਾ, ਨਾਮ ਹੈ ਰਾਮ ਸਿੰਘ, ਤੇ ਜੱਸੋਵਾਲੀਆ ਇਹਦੀ ਰਿਆਸਤ ਹੈ। 22 ਰਿਆਸਤਾਂ ਨਾ, 22 ਧਾਰ ਦੇ ਰਾਜੇ ਆਪਾਂ ਕਹਿੰਦੇ। ਇੱਕ ਧਾਰ ਦਾ ਨਾਮ ਜੱਸੋਵਾਲੀਆ। ਜੱਸੋਵਾਲੀਆ ਰਿਆਸਤ ਦਾ ਰਾਜਾ, ਨਾਮ ਰਾਮ ਸਿੰਘ। ਕਹਿਣ ਲੱਗੇ ਇਹ ਵੀ ਭੀਮ ਚੰਦ ਦੀ ਮਦਦ ਵਾਸਤੇ ਫੌਜ ਲੈ ਕੇ ਚੱਲਿਆ ਹੈ। ਪ੍ਰਿਥੀ ਚੰਦ ਡਡਵਾਰੀਆ ਜੈਚਿਤ ਜੰਗ ਉਮਾਹੇ। ਦੂਜੇ ਰਾਜੇ ਦਾ ਨਾਮ ਰਾਜਪੂਤ ਰਾਜਾ ਪ੍ਰਿਥੀ ਚੰਦ ਹੈ। ਇਹਦਾ ਨਾਮ ਰਾਜੇ ਦਾ ਪ੍ਰਿਥੀ ਚੰਦ ਹੈ, ਤੇ ਡਡਵਾਰੀਆ ਇਹਦੀ ਰਿਆਸਤ ਹੈ। ਇਹ ਰਿਆਸਤ ਦਾ ਨਾਮ ਹੈ। ਇਸ ਰਿਆਸਤ ਦਾ ਰਾਜਾ ਨਾਮ ਹੈ ਇਹਦਾ ਪ੍ਰਿਥੀ ਚੰਦ। ਇਹ ਵੀ ਮਦਦ ਵਾਸਤੇ ਨਾਲ ਚੱਲਿਆ ਹੈ। ਆਪ ਚੜਿਓ ਜਸ ਰੋਟੀਆ ਨਾਮਕ ਹੈ ਸੁਖਦੇਵ। ਇਸੇ ਤਰ੍ਹਾਂ ਸੁਖਦੇਵ ਨਾਮ ਦਾ ਇੱਕ ਰਾਜਾ, ਜਸ ਰਟੋਰੀਆ ਜਿਹਨੂੰ ਕਹਿੰਦੇ ਨੇ, ਨਾਮ ਹੈ ਰਾਜੇ ਦਾ ਸੁਖਦੇਵ। ਇਹ ਵੀ 22 ਧਾਰ ਦੇ ਰਾਜਿਆਂ ਵਿੱਚੋਂ ਇੱਕ ਰਾਜਾ ਹੈ, ਰਾਜਪੂਤ ਰਾਜਾ ਹੈ। ਇਹ ਵੀ ਭੀਮ ਚੰਦ ਦੀ ਮਦਦ ਵਾਸਤੇ ਫੌਜ ਲੈ ਕੇ ਨਾਲ ਚੱਲਿਆ ਹੈ। ਭੀਮ ਚੰਦ ਕੇ ਹਿਤ ਕਰਨ ਚਲੇ ਜੰਗ ਲਖ ਭੇਵ। ਇਹ ਸਾਰੇ ਭੀਮ ਚੰਦ ਦੇ ਨਾਲ ਮਿਲ ਕੇ, ਇੱਕ ਰਾਮ ਸਿੰਘ ਹੈ, ਇੱਕ ਪ੍ਰਿਥੀ ਚੰਦ ਹੈ, ਇੱਕ ਸੁਖਦੇਵ ਹੈ। 3 ਰਾਜੇ ਇਹ ਨੇ, ਚੌਥਾ ਭੀਮ ਚੰਦ ਆਪ ਹੈ। ਇਹ 4 ਰਾਜੇ ਇਕੱਠੇ ਹੋ ਕੇ ਰਿਆਸਤਾਂ ਦੇ ਮਿਲ ਕੇ ਫੌਜ ਇਕੱਠੀ ਕਰਕੇ ਲੜਨ ਵਾਸਤੇ ਚੱਲੇ ਹਨ। ਦੋਹਰਾ ਭਏ ਸ਼ਗਨ ਸਭ ਜੀਤ ਕੇ ਭੀਮ ਚੰਦ ਆਨੰਦ। ਜਦੋਂ ਫੌਜ ਚੜ ਕੇ ਚੱਲੀ ਹੈ ਨਾ, ਤੇ ਸ਼ਗਨ ਜਿਹੜੇ ਨੇ ਜਿੱਤ ਦੇ ਦਿਖਾਈ ਦਿੱਤੇ। ਗੁਰਮੁਖੋ ਪਹਿਲਾਂ ਵੀ ਆਪਾਂ ਇਹ ਬਚਨ ਕਈ ਵਾਰੀ ਸਰਵਣ ਕੀਤਾ ਹੈ। ਗੁਰਮਤਿ ਵਿੱਚ ਸ਼ਗਨ ਅਪਸ਼ਗਨ ਨਹੀਂ ਹੈ। ਗੁਰਮਤਿ ਵਿੱਚ ਕੇਵਲ ਅਰਦਾਸ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਗੁਰੂ ਪਾਤਸ਼ਾਹ ਨੇ ਬਚਨ ਕੀਤੇ ਨੇ, ਸਾਡਾ ਸਿੱਖ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰੇ, ਅਰਦਾਸ ਕਰਕੇ ਫਿਰ ਕਾਰਜ ਵਿੱਚ ਚੱਲੇ। ਜਦੋਂ ਕਾਰਜ ਨੂੰ ਕਰੇਗਾ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ। ਉਹ ਕਾਰਜਾਂ ਵਿੱਚ ਫਿਰ ਸਹਾਇਤਾ ਮਹਾਰਾਜ ਕਰਦੇ। ਪਰ ਇੱਥੇ ਕਵੀ ਭਾਈ ਸੰਤੋਖ ਸਿੰਘ ਨਾ ਕਥਾ ਲਿਖਦੇ ਪਏ, ਕਵਿਤਾ ਲਿਖਦੇ ਪਏ, ਤੇ ਕਵਿਤਾ ਦੇ ਵਿੱਚ ਸ਼ਿੰਗਾਰ ਬੰਨ੍ਹਣਾ ਜ਼ਰੂਰੀ ਹੈ। ਕਵਿਤਾ ਸ਼ਿੰਗਾਰ ਬਿਨਾਂ ਅਧੂਰੀ ਰਹਿ ਜਾਂਦੀ ਹੈ। ਇਸ ਕਰਕੇ ਇਹ ਸ਼ਿੰਗਾਰ ਹੈ ਵੀ ਜਦੋਂ ਚੱਲੀ ਹੈ ਫੌਜ, ਤੇ ਉਸ ਵੇਲੇ ਬਹੁਤ ਜ਼ਿਆਦਾ ਸ਼ੁਭ ਸ਼ਗਨ ਹੋਏ ਹਨ। ਗੁਲਕਾਂ ਔਰ ਬਰੂਦ ਬਹੁ ਦੇ ਕਰ ਬੀਰਨ ਬ੍ਰਿੰਦ। ਤੇ ਸੂਰਮਿਆਂ ਨੂੰ ਗੋਲੀਆਂ ਵੰਡ ਦਿੱਤੀਆਂ ਗਈਆਂ, ਬਰੂਦ ਵੰਡਿਆ ਗਿਆ। ਗੋਲੀ ਸਿੱਕਾ ਵੰਡ ਕੇ, ਕਿਸੇ ਨੂੰ ਬੰਦੂਕ ਚਾਹੀਦੀ ਹੈ, ਕਿਸੇ ਨੂੰ ਤੀਰ ਕਮਾਨ ਚਾਹੀਦਾ, ਕਿਸੇ ਨੂੰ ਤਲਵਾਰ ਚਾਹੀਦੀ ਹੈ, ਕਿਸੇ ਨੂੰ ਘੋੜਾ ਚਾਹੀਦਾ। ਜਿਹੜੇ ਜਿਹੜੇ ਜੰਗ ਮੈਦਾਨ ਵਿੱਚ ਸ਼ਸਤਰ ਚਾਹੀਦੇ ਨੇ, ਜਿੰਨਾ ਬਰੂਦ ਹਥਿਆਰ ਚਾਹੀਦਾ, ਸਾਰਿਆਂ ਨੂੰ ਵੰਡਿਆ ਗਿਆ ਹੈ। ਰਸਾਵਲ ਛੰਦ ਚੜਿਓ ਦੈ ਨਗਾਰਾ ਅਗਾਊਂ ਪਧਾਰਾ। ਇਸ ਤਰ੍ਹਾਂ ਕਹਿਣ ਲੱਗੇ ਵੀ ਨਗਾਰਾ ਵਜਾ ਕੇ
ਤੇ ਇਹ ਜਿਹੜਾ ਰਾਜਾ ਹੈ ਆਪਣੀ ਫੌਜ ਲੈ ਕੇ ਅੱਗੇ ਵੱਧ ਕੇ ਚੱਲਿਆ ਹੈ। ਚਲੇ ਵੀਰ ਮਾਨੀ ਧਰੇ ਸ਼ਸਤਰ ਪਾਣੀ। ਇਹ ਜਿਹੜੇ ਸੂਰਮੇ ਨੇ, ਮਾਨੀ ਕਹੀਏ, ਬੜੇ ਮਾਣ ਵਾਲੇ, ਬੜੀਆਂ ਜਿੱਤਾਂ ਪ੍ਰਾਪਤ ਕਰਨ ਵਾਲੇ, ਬੜੇ ਹੌਸਲੇ ਵਾਲੇ ਸੂਰਮੇ। ਤੇ ਕਹਿਣ ਲੱਗੇ ਇਹਨਾਂ ਨੇ ਹੱਥਾਂ ਵਿੱਚ ਫੜੇ ਹੋਏ ਸ਼ਸਤਰ, ਕਿਸੇ ਨੇ ਤਲਵਾਰ, ਕਿਸੇ ਨੇ ਤੀਰ, ਕਿਸੇ ਨੇ ਬੰਦੂਕ, ਕੋਈ ਕਟਾਰ ਫੜ ਕੇ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਆਪੋ ਆਪਣੇ ਸ਼ਸਤਰ ਫੜ ਕੇ ਹੱਥਾਂ ਵਿੱਚ ਤੁਰੇ ਹਨ। ਤੂੰ ਫੰਗੈ ਸੰਭਾਰੀ ਭਨੈ ਮਾਰ ਮਾਰੀ। ਕਈਆਂ ਨੇ ਹੱਥ ਵਿੱਚ ਬੰਦੂਕਾਂ ਫੜੀਆਂ, ਬੰਦੂਕਾਂ ਵਿੱਚ ਗੋਲੀਆਂ ਪਾਈਆਂ, ਮੁਖਾਂ ਦੇ ਮਾਰ ਲਓ ਦੁਸ਼ਮਣ ਆ ਗਿਆ ਹੈ। ਇਹ ਦੁਸ਼ਮਣ ਬਚ ਕੇ ਨਹੀਂ ਜਾਣਾ ਚਾਹੀਦਾ, ਇਸ ਤਰ੍ਹਾਂ ਮਾਰ ਲਓ ਆਖਦੇ। ਨਦਾਣੰ ਪਹੁੰਚੇ ਰਿਪੂਥਾਨ ਉੱਚੇ। ਕਹਿਣ ਲੱਗੇ ਵੀ ਚਲਦਿਆਂ ਇਹ ਨਦੌਣ ਗੁਰਮੁਖੋ ਨਾਮ ਹੈ ਇਲਾਕੇ ਦਾ, ਜਿੱਥੇ ਉਹ ਬੈਠਾ ਸੀ ਨਾ, ਅਲਫ ਖਾਨ ਆ ਕੇ, ਅਲਫ ਖਾਨ ਨਾਮ ਦਾ ਪਠਾਨ ਜਿੱਥੇ ਵੱਡੀ ਫੌਜ ਲੈ ਕੇ ਬੈਠਾ ਹੈ ਜੰਗ ਦੀ ਤਿਆਰੀ ਕਰਕੇ, ਵੀ ਜੇ ਟੈਕਸ ਨਾ ਦੇਣਗੇ ਜਾਂ ਰਾਜੇ ਪੈਸਾ ਨਾ ਦੇਣਗੇ ਮੈਂ ਜੰਗ ਕਰਾਂਗਾ। ਇਹ ਵੀ ਜੰਗ ਦੀ ਤਿਆਰੀ ਕਰਕੇ ਬੈਠਾ। ਇੱਥੇ ਭੀਮ ਚੰਦ ਰਾਜਾ ਆਪਣੀ ਫੌਜ ਲੈ ਕੇ ਪਹੁੰਚ ਗਿਆ। ਕਰਿਓ ਘੇਰ ਬਾਰਾ ਵੱਡੋ ਕਾਠ ਡਰ। ਤੇ ਕਹਿਣ ਲੱਗੇ ਵੀ ਇਹਨਾਂ ਨੇ 4 ਚਫੇਰਿਓਂ ਉਸ ਪਠਾਨ ਨੂੰ ਘੇਰ ਲਿਆ। ਤੇ ਕਹਿਣ ਲੱਗੇ ਭਾਵ ਕਾਠ ਨਾਲ ਕਿਲੇ ਵਰਗਾ ਵਾੜਾ ਬਣਾਇਆ ਸੀ। ਇਸ ਪਠਾਨ ਨੇ ਆਪਣੀ ਫੌਜ ਦੇ 4 ਚਫੇਰੇ ਲੱਕੜਾਂ ਦੇ ਨਾਲ ਵਾੜਾ ਬਣਾ ਲੈਂਦੇ। ਲੋਕ ਗਾਵਾਂ ਪਸ਼ੂਆਂ ਨੂੰ ਜਿਹੜੇ ਬਾਹਰ ਨਾ ਚਲੇ ਜਾਣ ਉਹਨਾਂ ਵਾਸਤੇ ਵਾੜਾ ਬਣਾਇਆ ਜਾਂਦਾ। ਇਹ ਜਿਹੜਾ ਪਠਾਨ ਸੀ ਇਹਨੇ ਆਪਣੀ ਫੌਜ ਨੂੰ ਇਕੱਠਾ ਕਰਕੇ ਤੇ ਲੱਕੜਾਂ ਦਾ ਵਾੜਾ ਬਣਾਇਆ। ਵਾੜਾ ਕਾਹਦਾ ਬਣਾਇਆ? ਮੰਨ ਲਓ ਗੁਰਮੁਖੋ ਵੀ ਕਿਲਾ ਹੀ ਬਣਾਇਆ ਬੜੀ ਤਕੜਾਈ ਦੇ ਨਾਲ, ਕਿਉਂਕਿ ਦੁਸ਼ਮਣ ਜਿਹੜਾ ਕਿਸੇ ਪਾਸਿਓਂ ਬਿਨਾਂ ਮਰਜ਼ੀ ਤੋਂ ਅੰਦਰ ਨਾ ਆ ਸਕੇ। ਕਹਿਣ ਲੱਗੇ ਵੀ ਇਸ ਤਰ੍ਹਾਂ ਲੱਕੜ ਦਾ ਇਹ ਕਿਲਾ ਬਣਾ ਕੇ ਬੈਠਾ ਹੈ। ਡੜੰ ਦੁਰਗ ਜੈਸੇ ਭਰੇ ਵਿੱਚ ਤੈਸੇ। ਸੋ ਕਹਿਣ ਲੱਗੇ ਇਹ ਜਿਹੜਾ ਲੱਕੜ ਦਾ ਕਿਲਾ ਹੈ ਨਾ, ਲੱਕੜ ਦਾ ਵਾੜਾ ਹੈ, ਕਹਿਣ ਲੱਗੇ ਵੀ ਬੜਾ ਮਜ਼ਬੂਤ ਹੈ। ਇੰਨਾ ਮਜ਼ਬੂਤ ਹੈ ਵੀ ਇਸ ਨੂੰ ਤੋੜਨਾ ਬੜਾ ਔਖਾ। ਪਰ ਐਸੇ ਵੱਡੇ ਕਿਲੇ ਦੇ ਵਿੱਚ ਇਹ ਸੂਰਮੇ ਜਿਹੜੇ ਨੇ ਅੰਦਰ ਪ੍ਰਵੇਸ਼ ਹੋ ਗਏ, ਅੰਦਰ ਚਲੇ ਗਏ ਹਨ। ਸਰੰਗ ਚਾਂਪ ਸੰਗਾ ਕਸੀ ਹੈ ਤੋ ਫੰਗਾ। ਕਿਸੇ ਨੇ ਹੱਥ ਵਿੱਚ ਤੀਰ ਕਮਾਨ ਫੜਿਆ ਹੋਇਆ, ਧਨੁਸ਼ ਫੜਿਆ ਹੋਇਆ। ਕੋਈ ਧਨੁਸ਼ ਫੜ ਕੇ ਉਹਦੇ ਵਿੱਚ ਤੀਰ ਪਾ ਕੇ ਤੇ ਤੀਰ ਚਲਾਉਂਦਾ ਪਿਆ, ਤੇ ਕੋਈ ਬੰਦੂਕ ਵਿੱਚ ਗੋਲੀ ਪਾ ਕੇ ਗੋਲੀ ਚਲਾਉਂਦਾ ਹੈ। ਕਰਾਂਗੇ ਲੜਾਈ ਸੋ ਤਿਆਰੀ ਬਣਾਈ। ਸੋ ਅਸੀਂ ਲੜਾਈ ਕਰਾਂਗੇ। ਲੜਾਈ ਸ਼ੁਰੂ ਹੋਣ ਵਾਲੀ ਹੈ ਨਾ, ਸ਼ੁਰੂ ਹੋਣ ਤੋਂ ਪਹਿਲਾਂ ਤਿਆਰੀ ਹੈ। ਸੂਰਮਿਆਂ ਦੇ ਮਨ ਵਿੱਚ ਇਹ ਗੱਲ ਹੈ ਅਸੀਂ ਲੜਾਈ ਕਰਾਂਗੇ। ਸੋ ਐਸੀ ਇਹਨਾਂ ਨੇ ਤਿਆਰੀ ਕੀਤੀ ਹੈ। ਚੁਕੈ ਨੇਰ ਜੋਈ ਹਤੈ ਸ਼ੋਰ ਸੋਈ। ਜਿਹੜਾ ਦੁਸ਼ਮਣ ਸਾਡੇ ਨੇੜੇ ਢੁਕੇਗਾ, ਜਿਹੜਾ ਦੁਸ਼ਮਣ ਸਾਡੇ ਨੇੜੇ ਆਵੇਗਾ, ਉਹਨੂੰ ਅਸੀਂ ਗੋਲੀ ਮਾਰ ਕੇ ਮਾਰਾਂਗੇ ਜਾਂ ਤੀਰ ਚਲਾ ਕੇ ਉਹਨੂੰ ਮਾਰਾਂਗੇ। ਜਿਹੜਾ ਦੁਸ਼ਮਣ ਨੇੜੇ ਆਵੇਗਾ ਉਸ ਨੂੰ ਮਾਰ ਕੇ ਅਸੀਂ ਸੁੱਟ ਦੇਣਾ ਹੈ। ਵਜਾਵੇਂ ਨਗਾਰੇ ਕਰਿਓ ਬਾਰ ਟਾਰੇ। ਨਗਾਰੇ ਵੱਜਦੇ ਪਏ। ਗੁਰਮੁਖੋ ਨਗਾਰਾ ਜਿਹੜਾ ਸੀ ਨਾ, ਇਹ ਸਾਜ਼ ਹੈ। ਇਹ ਹੁੰਦਾ ਸੀ ਸੂਰਮਿਆਂ ਦੇ ਵਿੱਚ ਉਤਸ਼ਾਹ ਭਰਨ ਵਾਸਤੇ। ਜਦੋਂ ਆਪਾਂ ਨਗਰ ਕੀਰਤਨ ਆਉਂਦੇ ਨੇ, ਸੂਰਮੇ ਜਿਹੜੇ ਗੱਤਕਾ ਖੇਡ ਕੇ ਗੁਰੂ ਕੇ ਸਿੱਖ ਵਿਖਾਉਂਦੇ, ਪਰ ਉਹ ਗੱਤਕੇ ਵਾਲਿਆਂ ਦੇ ਨਾਲ ਇੱਕ ਢੋਲ ਵੱਜਦਾ ਪਿਆ। ਢੋਲ ਜਿਹੜਾ ਉਹ ਵਿਖਾਵੇ ਮਾਤਰ ਨਹੀਂ ਹੈ, ਢੋਲ ਦੇ ਨਾਲ ਜੋਸ਼ ਪੈਦਾ ਹੁੰਦਾ ਸਾਜ਼ ਦੇ ਨਾਲ। ਹੁਣ ਉਹ ਸੂਰਮੇ ਗੱਤਕਾ ਖੇਡਦੇ ਨੇ, ਸਿੱਖ ਸਿੰਘ, ਨਾਲ ਢੋਲ ਵੱਜਦਾ, ਉਤਸ਼ਾਹ ਪੈਦਾ ਹੁੰਦਾ, ਫਿਰ ਉਹ ਖੇਡਦੇ ਪਏ। ਖੇਡਦਿਆਂ ਢੋਲ ਬੰਦ ਕਰ ਦਿਓ, ਉਹ ਖੇਡ ਦਾ ਉਤਸ਼ਾਹ ਮੁੱਕ ਜਾਏਗਾ, ਉਹਨਾਂ ਉਤਸ਼ਾਹ ਨਹੀਂ ਰਹੇਗਾ, ਚਾਅ ਨਹੀਂ ਰਹੇਗਾ। ਇਹ ਜੰਗ ਮੈਦਾਨ ਦੇ ਵਿੱਚ ਨਗਾਰੇ ਤਾਂ ਵਜਾਏ ਜਾਂਦੇ, ਇਹ ਸਾਜ਼ ਵੱਜਦੇ ਰਹਿਣ ਤੇ ਸੂਰਮਿਆਂ ਵਿੱਚ ਉਤਸ਼ਾਹ ਰਵੇ, ਵੀਰ ਰਸ ਉਹਨਾਂ ਨੂੰ ਚੜ੍ਹੇ, ਉਹਨਾਂ ਨੂੰ ਚਾਅ ਚੜ੍ਹੇ ਜੰਗ ਦਾ। ਇਸ ਤਰ੍ਹਾਂ ਕਹਿਣ ਲੱਗੇ ਵੀ ਜੰਗ ਦੇ ਵਿੱਚ ਨਗਾਰੇ ਵੱਜਦੇ ਹਨ। ਗਇਓ ਭੀਮ ਚੰਦੰ ਭਿਖਿਓ ਬ੍ਰਿੰਦ ਬ੍ਰਿੰਦੰ। ਕਹਿਣ ਲੱਗੇ ਭੀਮ ਚੰਦ ਰਾਜਾ ਵੱਡੀ ਫੌਜ ਲੈ ਕੇ ਗਿਆ। ਇਸਨੇ ਵੇਖਿਆ ਕਿ ਦੁਸ਼ਮਣ ਬਹੁਤੀ ਗਿਣਤੀ ਵਿੱਚ ਹੈ। ਤੇਰੇ ਥਾਨ ਉੱਚੇ ਖਰੇ ਕਾਠ ਮੂਚੇ। ਕਹਿਣ ਲੱਗੇ ਵੀ ਇਹ ਰਾਜਾ ਜਿਹੜਾ ਹੈ ਨਾ, ਉੱਚੀ ਥਾਂ ਤੇ ਖਲੋ ਗਿਆ। ਭੀਮ ਚੰਦ ਉੱਚੀ ਥਾਂ ਤੇ ਖਲੋ ਕੇ, ਵੈਰੀ ਖੜਾ ਉੱਚੇ ਥਾਂ ਤੇ,
ਇਸ ਨੇ ਵੇਖ ਲਿਆ ਭੀਮ ਚੰਦ ਨੇ ਕਿ ਵੈਰੀ ਮੇਰਾ ਉੱਚੇ ਥਾਂ ਤੇ, ਮੈਂ ਨੀਵੇਂ ਥਾਂ ਤੇ ਹਾਂ। ਕਰੀ ਓਟ ਮੋਟੀ ਲਗੈ ਨਾਹੀਂ ਚੋਟੀ। ਉਸਨੇ ਇਹ ਵੀ ਵੇਖ ਲਿਆ ਵੀ ਇਹਨਾਂ ਨੇ ਲੱਕੜ ਦਾ ਕਿਲਾ ਬਣਾ ਲਿਆ, ਲੱਕੜ ਇਕੱਠੀਆਂ ਕਰਕੇ ਤੇ ਕਿਲੇ ਦੇ ਵਾਂਗ, ਜੇ ਥੱਲਿਓਂ ਤੀਰ ਚੱਲੇਗਾ ਉਹ ਲੱਕੜਾਂ ਵਿੱਚ ਹੀ ਕਿਤੇ ਵੱਜ ਕੇ ਮੁੱਕ ਜਾਏਗਾ। ਜੇ ਥੱਲਿਓਂ ਕੋਈ ਵਰਸ਼ਾ ਨੇਜਾ ਤਾਂ ਉਹਨੂੰ ਸੁੱਟੇਗਾ ਵੀ ਤੇ ਉਹ ਦੁਸ਼ਮਣ ਨੂੰ ਜਾ ਕੇ ਨਹੀਂ ਲੱਗੇਗਾ। ਉਹ ਜਿਹੜਾ ਵਾੜਾ ਬਣਾਇਆ ਸੀ ਲੱਕੜਾਂ ਦਾ, ਬਸ ਉੱਥੇ ਵੜ ਕੇ ਵੱਜ ਕੇ ਪਿੱਛੇ ਆ ਜਾਵੇਗਾ। ਜੇ ਕੋਈ ਗੋਲੀ ਵੀ ਚਲਾਏਗਾ ਤੇ ਉਹ ਗੋਲੀ ਲੱਕੜਾਂ ਨੂੰ ਵੱਜ ਕੇ ਉੱਥੇ ਹੀ ਖਤਮ ਹੋ ਜਾਏਗੀ, ਵਿਗਾੜੇਗੀ ਕੁਝ ਨਹੀਂ। ਭੀਮ ਚੰਦ ਰਾਜੇ ਨੇ ਵੇਖਿਆ ਵੀ ਇਹਨਾਂ ਲੋਕਾਂ ਨੇ ਲੱਕੜਾਂ ਇਕੱਠੀਆਂ ਕਰਕੇ, ਇੱਕ ਤੇ ਹੈ ਉੱਚੀ ਥਾਂ ਤੇ ਦੂਜਾ ਲੱਕੜਾਂ ਦਾ ਇਹਨਾਂ ਨੇ ਕਿਲਾ ਬਣਾਇਆ ਹੋਇਆ। ਸਾਡੀ ਚੋਟ ਇਹਨਾਂ ਤੱਕ ਨਹੀਂ ਪਹੁੰਚੇਗੀ, ਸਾਡੀ ਚੋਟ ਇਹਨਾਂ ਨੂੰ ਲੱਗਣੀ ਨਹੀਂ ਹੈ। ਤਉ ਹੋਏ ਆਗੇ ਪਲੀਤੇ ਸੋਦਾਗੇ। ਇਸ ਨੇ ਆਪ ਅੱਗੇ ਹੋ ਕੇ ਨਾ ਰਣਨੀਤੀ, ਜੰਗ ਦੀ ਰਣਨੀਤੀ ਬਣਾਉਣ ਵਾਸਤੇ ਆਪ ਅੱਗੇ ਹੋਇਆ। ਬਹੁਤੇ ਪਲੀਤੇ ਜਿਹੜੇ ਨੇ ਅੱਗ ਦੇ ਧੁਖਾਏ ਹਨ। ਛੁੱਟੀ ਬਰਿੰਦ ਗੋਰੀ ਗਈ ਬਾਰ ਓਰੀ। ਕਹਿਣ ਲੱਗੇ ਬਹੁਤ ਜ਼ਿਆਦੀਆਂ ਗੋਲੀਆਂ ਇੱਕੇ ਵਾਰੀ ਚਲਾਈਆਂ ਤੇ ਉਹ ਜਿਹੜੀ ਕਾਠ ਦੀ ਵਾੜ ਸੀ ਨਾ ਲੱਕੜਾਂ ਦੀ, ਉਧਰ ਨੂੰ ਗੋਲੀਆਂ ਚੱਲੀਆਂ ਹਨ। ਲੱਗੈ ਕਾਠ ਮਾਹੀ ਮਰੈ ਸ਼ਤਰ ਨਾਹੀ। ਪਰ ਗੁਰਮੁਖੋ ਉਹ ਜਿਹੜੀਆਂ ਗੋਲੀਆਂ ਨੇ, ਜਿਵੇਂ ਆਪਾਂ ਪਹਿਲਾਂ ਬਚਨ ਸਰਵਣ ਕੀਤਾ ਵੀ ਉਹ ਗੋਲੀਆਂ ਲੱਕੜ ਵਿੱਚ ਵੱਜਦੀਆਂ, ਲੱਕੜਾਂ ਦਾ ਢੇਰ ਹੈ, ਲੱਕੜ ਵਿੱਚ ਗੋਲੀ ਵੱਜ ਕੇ ਗੋਲੀ ਖਤਮ ਹੋ ਜਾਂਦੀ ਹੈ, ਦੁਸ਼ਮਣ ਦਾ ਕੋਈ ਵਿਗਾੜ ਨਹੀਂ ਹੁੰਦਾ ਹੈ। ਕਿਰਪਾਲੰ ਕਟੋਚੀ ਤੁਫੰਗਾਨ ਮੋਚੀ। ਕਹਿਣ ਲੱਗੇ ਇਹ ਜਿਹੜੇ ਰਾਜੇ ਨੇ, ਉੱਪਰੋਂ ਕਿਰਪਾਲ ਨੇ ਛੱਡੀਆਂ ਕੁਝ ਬੰਦੂਕਾਂ, ਕੁਝ ਕਟੋਚੀਏ ਰਾਜੇ ਨੇ ਬੰਦੂਕਾਂ ਚਲਾਈਆਂ ਹਨ। ਕਹਿਣ ਲੱਗੇ ਵੀ ਇਸ ਤਰ੍ਹਾਂ ਮੇਲ ਕੇ ਇਹਨਾਂ ਨੇ ਬਹੁਤ ਜ਼ਿਆਦੀਆਂ ਗੋਲੀਆਂ ਚਲਾਈਆਂ ਹਨ। ਛੁੱਟੇ ਤੀਰ ਗੋਰੀ ਸੋ ਅੰਗਾਨ ਫੋਰੀ। ਬਹੁਤ ਜ਼ਿਆਦੇ ਤੀਰ ਚੱਲਦੇ ਪਏ, ਬਹੁਤ ਜ਼ਿਆਦੀਆਂ ਗੋਲੀਆਂ ਚੱਲਦੀਆਂ ਪਈਆਂ ਹਨ। ਰਣੰ ਰੰਗ ਹੋਵਾ ਦੋਹੂ ਔਰ ਜੋਵਾ। ਦੋਨਾਂ ਪਾਸਿਆਂ ਤੋਂ ਜੰਗ ਮੈਦਾਨ ਦਾ ਰੰਗ ਬਣ ਗਿਆ, ਪੂਰਾ ਜੰਗ ਜੰਮ ਗਿਆ ਇਸ ਵੇਲੇ। ਇੱਧਰੋਂ ਅਲਫ ਖਾਨ ਵੀ ਨਿੱਤਰ ਪਿਆ ਮੈਦਾਨ ਦੇ ਵਿੱਚ ਜੰਗ ਲੜਨ ਵਾਸਤੇ, ਇੱਧਰੋਂ ਭੀਮ ਚੰਦ ਰਾਜਾ। ਕਹਿਣ ਲੱਗੇ ਵੀ ਦੋਨਾਂ ਪਾਸਿਆਂ ਤੋਂ ਜੰਗ ਹੈ, ਪੂਰਾ ਜੰਮ ਚੁੱਕਿਆ, ਜੰਗ ਸ਼ੁਰੂ ਹੋਇਆ ਹੈ। ਭਨਿਓ ਭੀਮ ਚੰਦੰ ਮਿਲਿਓ ਵੀਰ ਬ੍ਰਿੰਦਮ। ਉਸ ਵੇਲੇ ਭੀਮ ਚੰਦ ਰਾਜੇ ਨੇ ਉੱਚੀ ਸਾਰੀ ਆਖਿਆ ਆਪਣੇ ਸੂਰਮਿਆਂ ਨੂੰ, ਕਹਿਣ ਲੱਗਾ ਸੂਰਮਿਓ ਸਾਰੇ ਜਾਣੇ ਇਕੱਠੇ ਹੋ ਜਾਣਾ ਕਰੋ, ਕਰੋ ਹੇਲ ਧਾਇਉ ਚੜੋ ਊਚ ਥਾਇਉ। ਇੱਕੇ ਵਾਰੀ ਹੱਲਾ ਕਰਕੇ ਚੜੋ। ਇਹ ਜਿਹੜੇ ਉੱਚੀ ਥਾਂ ਤੇ ਬੈਠੇ ਨੇ ਨਾ ਸਾਡੇ ਦੁਸ਼ਮਣ, ਇਹਨਾਂ ਦੇ ਉੱਪਰ ਚੜ ਚਲੋ ਛਾਲਾਂ ਮਾਰ ਮਾਰ ਕੇ, ਉੱਚੀ ਥਾਂ ਤੇ ਚੜ ਕੇ ਤੇ ਮਾਰ ਕੇ ਇਹਨਾਂ ਨੂੰ ਥੱਲੇ ਸੁੱਟਣਾ ਕਰੋ। ਲਿਜੈ ਮਾਰ 12 ਹਥਿਆਰੇ ਸੰਭਾਰਾ। ਅਤੇ ਇੱਕੇ ਵਾਰੀ ਮਾਰ ਇਹਨਾਂ ਦੇ ਉੱਪਰ ਮਾਰੋ, ਆਪਣੇ ਹਥਿਆਰਾਂ ਨੂੰ ਸਾਂਭ ਕੇ ਚੰਗੀ ਤਰ੍ਹਾਂ ਜੰਗ ਕਰਨਾ ਕਰੋ। ਇਕੋ ਠਾਂਡ ਕੈਸੇ ਹਤੋ ਕਿਉਂ ਨਾ ਐਸੇ। ਤੇ ਇਹ ਹੜੇ ਖੜੇ ਕੀ ਵੇਖਦੇ ਹੋ? ਆਪਣੇ ਸੂਰਮਿਆਂ ਨੂੰ ਲਲਕਾਰਦਾ ਪਿਆ ਭੀਮ ਚੰਦ। ਕਹਿਣ ਲੱਗਾ ਵੀ ਖੜੇ ਕੀ ਵੇਖਦੇ ਹੋ, ਦੁਸ਼ਮਣ ਨੂੰ ਮਾਰ ਕੇ ਨਾਸ ਕਿਉਂ ਨਹੀਂ ਕਰਦੇ ਹੋ? ਸੁਨਿਓ ਬ੍ਰਿੰਦ ਬੀਰੋਂ ਤੁਫੰਗਾਨ ਤੀਰੋਂ। ਜਦੋਂ ਬਹੁਤੇ ਸੂਰਮਿਆਂ ਨੇ ਬਚਨ ਸੁਣਿਆ ਵੀ ਸਾਡੇ ਰਾਜੇ ਨੇ ਸਾਨੂੰ ਵੰਗਾਰਿਆ, ਤੇ ਉਸ ਵੇਲੇ ਫਿਰ ਇਹਨਾਂ ਨੇ ਬਹੁਤੀਆਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਈਆਂ ਹਨ। ਪਰਹਾਰੇ ਸਮੂਹੰ ਦਈ ਦੀਹ ਦੂਹੂਹੰ। ਤੇ ਕਹਿਣ ਲੱਗੇ ਸਾਹਮਣੇ ਫਿਰ ਨਿਸ਼ਾਨਾ ਬੰਨ ਬੰਨ ਕੇ ਗੋਲੀਆਂ ਚੱਲੀਆਂ। ਤੇ ਕਹਿਣ ਲੱਗੇ ਜਦੋਂ ਗੋਲੀਆਂ ਚੱਲਦੀਆਂ ਨੇ ਉਸ ਵੇਲੇ ਬਹੁਤ ਭਾਰੀ ਦੋਨਾਂ ਪਾਸਿਆਂ ਤੋਂ ਹੱਲਾ ਹੋਇਆ ਹੈ। ਚਲੇ ਬਾਹਰ ਨੇਰੇ ਚਾਹੂ ਔਰ ਘੇਰੇ। ਕਹਿਣ ਲੱਗੇ ਵੀ ਨੇੜੇ ਤੇ ਦੂਰ ਗੋਲੀਆਂ ਚੱਲਦੀਆਂ ਪਈਆਂ ਤੇ ਚਾਰ ਚਫੇਰਿਓਂ ਹੀ ਉਸ ਅਲਫ ਖਾਨ ਨੂੰ ਘੇਰ ਲਿਆ, ਸੱਜਿਓਂ ਖੱਬਿਓਂ ਅੱਗੋਂ ਤੇ ਪਿੱਛੋਂ ਚਾਰ ਚਫੇਰਿਓਂ ਘੇਰ ਕੇ ਉਸ ਵੇਲੇ ਗੋਲੀ ਚਲਾਈ ਹੈ। ਕੜਾ ਕਾੜ ਗੋਰੀ ਛੋਟੀ ਦੌਨ ਔਰੀ। ਕਹਿਣ ਲੱਗੇ ਵੀ ਕਾੜ ਕਾੜ ਦੀ ਆਵਾਜ਼ ਵਿੱਚ ਗੁਰਮੁਖੋਂ ਬੰਦੂਕਾਂ ਚੱਲਦੀਆਂ। ਜਦੋਂ ਗੋਲੀ ਚੱਲਦੀ ਹੈ ਕੜਕੜ ਦੀ ਆਵਾਜ਼ ਆਉਂਦੀ ਹੈ, ਦੋਨਾਂ ਪਾਸਿਆਂ ਤੋਂ ਬਹੁਤ ਗੋਲੀ ਚੱਲੀ ਹੈ। ਬਿਲੋਕਾਂ ਕਿਰਪਾਲੋਂ ਪਏ ਆਲ ਬਾਲੋਂ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਵੇਖਦੇ ਪਏ ਰਾਜੇ ਜੰਗ ਹੁੰਦਾ, ਤੇ ਭੀਮ ਚੰਦ ਵਰਗੇ ਵੀ ਵੇਖਦੇ ਪਏ ਆਲੇ ਦੁਆਲੇ ਖੜੇ ਹੋ ਕੇ ਵੀ ਐਸਾ ਭਿਆਨਕ ਜੰਗ ਜਿਹੜਾ ਸ਼ੁਰੂ ਹੋ ਗਿਆ ਹੈ। ਧੁੱਕੇ ਆਏ ਨੇਰੇ ਕਹਿਓ ਤਾਹੇ ਬੇਰੇ। ਜਿਹੜਾ ਵੀ ਕੋਈ ਨੇੜੇ ਢੁੱਕ ਕੇ ਆਉਂਦਾ, ਭਾਵ ਕੇ ਚੜ ਕੇ ਭੱਜ ਕੇ ਇੱਕ ਵਾਰੀ ਜੇ ਕੋਈ ਨੇੜੇ ਆ ਜਾਂਦਾ ਜੰਗ ਕਰਦਾ ਹੋਇਆ, ਤੇ ਫਿਰ ਕੋਲ ਹੋ ਕੇ ਆਖਦਾ ਹੈ ਕਹਾਂ ਵੀਰ ਦੇਖੋ ਸਮੀਪੀ ਵਿਸ਼ੇਖੋ। ਇਹ ਰਾਜਾ ਆਖਦਾ ਵੀ ਕੀ ਕਰਦੇ ਪੈ ਜੇ, ਆਪਣੇ ਦੁਸ਼ਮਣ ਨੂੰ ਸਾਹਮਣੇ ਵੇਖ ਕੇ ਤੇ ਉਸ ਨੂੰ ਮਾਰਦੇ ਕਿਉਂ ਨਹੀਂ ਹੋ? ਤਜੋ ਕਿਉਂ ਨਾ ਗੋਰੀ ਰਿਪੂ ਅੰਗ ਫੋਰੀ। ਤੇ ਕਿਉਂ ਨਹੀਂ ਤੁਸੀਂ ਗੋਲੀਆਂ ਚਲਾਉਣੀਆਂ ਛੱਡਦੇ, ਦੁਸ਼ਮਣਾਂ ਦੇ ਅੰਗ ਪਾੜਦੇ ਕਿਉਂ ਨਹੀਂ, ਦੁਸ਼ਮਣਾਂ ਨੂੰ ਮਾਰਦੇ ਕਿਉਂ ਨਹੀਂ ਹੋ? ਕਿਰਪਾਨਾਂ ਚਲਾਵੋ ਪ੍ਰਹਾਰੋ ਹਟਾਵੋ। ਤੇ ਤੁਸੀਂ ਕਿਰਪਾਨਾਂ ਚਲਾਵੋ
ਭੀਮ ਚੰਦ ਰਾਜਾ ਆਪਣੇ ਸੂਰਮਿਆਂ ਨੂੰ ਵੰਗਾਰਦਾ ਪਿਆ, ਬਹੁਤੀਆਂ ਕਿਰਪਾਨਾਂ ਚਲਾਉਣਾ ਕਰੋ, ਦੁਸ਼ਮਣ ਨੂੰ ਮਾਰ ਮਾਰ ਕੇ। ਜਿਹੜਾ ਬਾਣੀ ਦੁਸ਼ਮਣ ਗਿਆ ਉਹਦੇ ਨਾਲ ਫਿਰ ਭੇਜ ਕਾਹਦਾ ਕਰਨਾ, ਦੁਸ਼ਮਣ ਨੂੰ ਮਾਰ ਮਾਰ ਕੇ ਸੁੱਟ ਦੇਣਾ ਕਰੋ। ਦੇਖਿਓ ਹੇਲ ਮੇਲਾ ਚਾਹੇ ਰੇਲ ਪੇਲਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਹਮਲਾ ਹੁੰਦਾ ਡਿੱਠਾ। ਰੇਲ ਪੇਲਾ ਤੋਂ ਭਾਵ ਹੁੰਦਾ ਗੁਰਮੁਖੋ ਧੱਕ ਮਧੱਕਾ, ਵੀ ਧੱਕਾ ਮਾਰ ਕੇ ਦੂਜਿਆਂ ਨੂੰ ਸੁੱਟ ਦੇਣਾ, ਜਾਂ ਉਧਰੋਂ ਧੱਕਾ ਵੱਜਣਾ ਤੇ ਆਪ ਡਿੱਗ ਪੈਣਾ। ਜੰਗ ਮੈਦਾਨ ਵਿੱਚ ਸਾਰੇ ਦਾ ਹੀ ਚੱਲਦੇ, ਜਿਹਦਾ ਕੋਈ ਚੱਲ ਗਿਆ। ਕਹਿਣ ਲੱਗੇ ਵੀ ਐਸਾ ਭਿਆਨਕ ਜੰਗ ਹੋਇਆ, ਧੱਕੇ ਪੈਂਦੇ ਪਏ, ਮੋਟੇ ਮੋਟੇ ਭਾਰੀ ਭਾਰੀ ਸੂਰਮੇ ਦੂਜਿਆਂ ਨੂੰ ਮਾਰ ਮਾਰ ਕੇ ਥੱਲੇ ਸੁੱਟਦੇ। ਕੋਈ ਪਹਾੜੀ ਤੋਂ ਥੱਲੇ ਰਿੜਦਾ ਜਾਂਦਾ, ਕੋਈ ਉੱਪਰ ਨੂੰ ਚੜ੍ਹਦਾ ਜਾਂਦਾ। ਇਸ ਤਰ੍ਹਾਂ ਕਹਿੰਦੇ ਜੰਗ ਹੋ ਰਿਹਾ ਹੈ। ਤਜੈ ਬਾਰ ਆਏ ਤੂੰ ਫੰਗੈ ਚਲਾਏ। ਤੇ ਕਹਿਣ ਲੱਗੇ ਵੀ ਜਦੋਂ ਵਾਰੀ ਆਉਂਦੀ ਹੈ ਨਾ, ਦੁਸ਼ਮਣ ਚਲਾਉਂਦਾ ਗੋਲੀ ਤੇ ਆਪ ਥੱਲੇ ਬੈਠ ਜਾਂਦੇ, ਬਚਾਅ ਕਰਦੇ। ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਮੋਰਚੇ ਚੋਂ ਬਾਹਰ ਨਿਕਲ ਕੇ ਤੇ ਖੜ ਕੇ ਤੇ ਫਿਰ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾਉਂਦੇ ਹਨ। ਦੜਾ ਦਾੜ ਗੇਰੇ ਹਤੇ ਤੁੰਡ ਫੇਰੇ। ਜਦੋਂ ਗੋਲੀ ਚੱਲਦੀ ਹੈ, ਜਿਹਦੇ ਸਰੀਰ ਨੂੰ ਵੱਜਦੀ ਹੈ, ਦੜ ਦੜ ਕਰਕੇ ਸੂਰਮੇ ਧਰਤੀ ਤੇ ਡਿੱਗਦੇ ਪਏ। ਕਿਸੇ ਦੇ ਮੂੰਹ ਵਿੱਚ ਗੋਲੀ ਵੱਜਦੀ, ਮੂੰਹ ਭੱਜ ਜਾਂਦਾ ਹੈ। ਕਿਸੇ ਦੇ ਸਿਰ ਵਿੱਚ ਗੋਲੀ ਵੱਜਦੀ, ਉਹਦਾ ਸਿਰ ਪਾੜ ਜਾਂਦਾ ਹੈ। ਕਿਸੇ ਦਾ ਮੂੰਹ ਪਾਟਾ ਪਿਆ, ਕਿਸੇ ਦਾ ਸਿਰ ਪਾਟਾ ਹੋਇਆ ਹੈ। ਨਹੀਂ ਜਾਤੇ ਆਗੇ ਵੱਡੇ ਘਾਵ ਲਾਗੇ। ਇਹ ਜਿਹੜੇ ਸੂਰਮੇ ਨੇ ਅੱਗੇ ਵੱਧ ਨਹੀਂ ਰਹੇ। ਭੀਮ ਚੰਦ ਰਾਜਾ ਲਲਕਾਰਦਾ ਜ਼ਰੂਰ ਪਿਆ ਆਪਣੀ ਫੌਜ ਨੂੰ ਵੀ ਅੱਗੇ ਵੱਧ ਕੇ ਲੜੋ, ਅੱਗੇ ਵੱਧ ਕੇ ਲੜੋ। ਪਰ ਉਹਨਾਂ ਪਠਾਣਾਂ ਨੇ ਨਾ ਲੱਕੜਾਂ ਬਹੁਤੀਆਂ ਇਕੱਠੀਆਂ ਕਰਕੇ ਤੇ ਬੜਾ ਮਜ਼ਬੂਤ ਕਿਲੇ ਵਾਂਗ ਉਹਨਾਂ ਨੇ ਲੱਕੜਾਂ ਦਾ ਆਸਰਾ ਲੈ ਲਿਆ। ਭੀਮ ਚੰਦ ਰਾਜੇ ਦੀ ਫੌਜ ਅੱਗੇ ਨਹੀਂ ਵੱਧਦੀ ਪਈ ਹੈ। ਤਨੰ ਫੋਰ ਫੋਰੇ ਹਟੇ ਸੋ ਪਿਛੋਰੇ। ਕਹਿਣ ਲੱਗੇ ਵੀ ਸਗੋਂ ਉਹਨਾਂ ਪਠਾਣਾਂ ਨੇ ਬਹੁਤੀਆਂ ਗੋਲੀਆਂ ਚਲਾ ਕੇ ਤੇ ਭੀਮ ਚੰਦ ਰਾਜੇ ਦੀ ਫੌਜ ਨੂੰ ਫੱਟੜ ਕੀਤਾ, ਜਾਂ ਭੀਮ ਚੰਦ ਰਾਜੇ ਦੀ ਫੌਜ ਨੂੰ ਪਿੱਛੇ ਹਟਣ ਨੂੰ ਉਹਨਾਂ ਨੇ ਮਜਬੂਰ ਕਰ ਦਿੱਤਾ ਹੈ। ਘਨੇ ਘਾਵ ਕਾਲੇ ਹਤੇ ਭੂਮਣ ਡਾਲੇ। ਇਸ ਤਰ੍ਹਾਂ ਕਈਆਂ ਦੇ ਸਰੀਰ ਦੇ ਉੱਪਰ ਬਹੁਤੇ ਜ਼ਖਮ ਲੱਗੇ। ਹੁਣ ਜੰਗ ਹੈ ਨਾ, ਕਿਸੇ ਨੂੰ ਤੀਰ ਵੀ ਵੱਜੇਗਾ, ਕਿਸੇ ਨੂੰ ਗੋਲੀ ਵੀ ਵੱਜੇਗੀ, ਕਿਸੇ ਨੂੰ ਤਲਵਾਰ ਦਾ ਫੱਟ ਲੱਗੇਗਾ। ਸੂਰਮਿਆਂ ਦੇ ਸਰੀਰਾਂ ਦੇ ਉੱਪਰ ਜ਼ਖਮ ਲੱਗੇ ਹੋਏ ਤੇ ਕਈ ਧਰਤੀ ਦੇ ਉੱਪਰ ਘੁੰਮ ਘੁੰਮ ਕੇ ਡਿੱਗਦੇ, ਮਰੇ ਹੋਏ ਧਰਤੀ ਦੇ ਉੱਪਰ ਪੁਆਟਲੀਆਂ ਲੈਂਦੇ ਹਨ। ਸਵਈਆ ਕਹਿਲੂਰਪਤੀ ਅਵਲੋਕਤ ਹੈ ਬਸ ਨਾਹੇ ਚਲੇ ਕੁਛ ਬੀਰਨ ਕੋ। ਕਹਿਣ ਲੱਗੇ ਕਹਿਲੂਰੀਆ ਰਾਜਾ ਜਿਹੜਾ ਨਾਲ ਆਇਆ, ਉਹ ਕੌਣ ਹੈ? ਭੀਮ ਚੰਦ। ਭੀਮ ਚੰਦ ਨੇ ਵੇਖਿਆ ਵੀ ਮੇਰੀ ਫੌਜ ਦਾ ਕੋਈ ਬਹੁਤਾ ਵੱਸ ਨਹੀਂ ਚੱਲਦਾ ਪਿਆ, ਮੇਰੀ ਫੌਜ ਦਾ ਕੋਈ ਬਹੁਤਾ ਜ਼ੋਰ ਨਹੀਂ ਚੱਲਦਾ ਹੈ। ਗਿਰ ਉਪਰ ਬੰਬ ਵਜਾਵਤ ਹੈ ਲੈ ਊਟ ਪਰ ਹਾਰ ਤੇ ਤੀਰਨ ਕੋ। ਮੇਰਾ ਦੁਸ਼ਮਣ ਮੇਰੇ ਤੋਂ ਉੱਚੀ ਥਾਂ ਤੇ ਹੈ, ਉਹ ਉੱਥੇ ਉੱਚੀ ਥਾਂ ਤੇ ਬਾਜੇ ਵਜਾਉਂਦੇ ਪਏ ਨੇ ਅਤੇ ਆਪ ਸਹਾਰਾ ਲੈਂਦੇ ਨੇ ਪਹਾੜਾਂ ਦਾ। ਮੇਰਾ ਦੁਸ਼ਮਣ ਪਹਾੜਾਂ ਦਾ ਸਹਾਰਾ ਲੈ ਕੇ, ਜਾਂ ਵਾੜ ਦਾ, ਜਿਹੜੀ ਵਾੜ ਕੀਤੀ ਹੈ ਲੱਕੜਾਂ ਦੀ, ਮੇਰਾ ਦੁਸ਼ਮਣ ਲੱਕੜਾਂ ਦੀ ਓਟ ਲੈ ਕੇ, ਆਸਰਾ ਉਹਲਾ ਲੈ ਕੇ ਤੇ ਉੱਚੀ ਥਾਂ ਤੇ ਬਾਜੇ ਵਜਾ ਕੇ ਤੇ ਜੰਗ ਕਰਦਾ ਪਿਆ। ਮੇਰੀ ਫੌਜ ਦੇ ਕੋਲੋਂ ਬਹੁਤਾ ਕੋਈ ਇਹਦੇ ਵਿੱਚ ਜਿੱਤ ਪ੍ਰਾਪਤ ਨਹੀਂ ਹੋ ਰਹੀ ਹੈ। ਗੁਲਕਾਂਬਰ ਖਾਵਤ ਘਾਵਤ ਹੈ ਨਹਿ ਪਾਵਤ ਦਾਵ ਅਭੀਰਨ ਕੋ। ਉੱਪਰੋਂ ਗੋਲੀਆਂ ਥੱਲੇ ਨੂੰ ਇਸ ਤਰ੍ਹਾਂ ਆਉਂਦੀਆਂ ਪਈਆਂ, ਮੰਨ ਲਓ ਜਿਵੇਂ ਬੱਦਲਾਂ ਵਿੱਚੋਂ ਗੁਰਮੁਖੋ ਮੀਂਹ ਦੀਆਂ ਕਣੀਆਂ ਥੱਲੇ ਆਉਂਦੀਆਂ। ਇਹ ਰਾਜਾ ਵੇਖਦਾ ਪਿਆ ਵੀ ਬਹੁਤ ਜ਼ਿਆਦੇ ਗੋਲੀਆਂ ਜਿਹੜੀਆਂ ਨੇ ਉਹ ਵੱਜਦੀਆਂ ਪਈਆਂ ਨੇ ਅਤੇ ਮੇਰੇ ਸੂਰਮੇ ਜਿਹੜੇ ਨੇ ਜ਼ਖਮੀ ਹੋ ਕੇ, ਧੀਰਜ ਇਹਨਾਂ ਦਾ ਛੁੱਟਦਾ ਜਾਂਦਾ, ਹੌਸਲਾ ਇਹਨਾਂ ਦਾ ਛੁੱਟਦਾ ਪਿਆ ਹੈ। ਨਿਜ ਦੰਤਨ ਪੰਕਤ ਪੀਸਤ ਹੈ ਨਦੀ ਸਤ ਢੂਕਤ ਤੀਰਨ ਕੋ। ਕਹਿਣ ਲੱਗੇ ਵੀ ਇਹ ਰਾਜਾ ਨਾ ਆਪਣੇ ਦੰਦਾਂ ਨੂੰ ਪੀਂਦਾ, ਦੰਦਾਂ ਨੂੰ ਪੀਣ ਤੋਂ ਭਾਵੇਂ ਵੀ ਕਚੀਚੀਆਂ ਲੈਂਦਾ, ਆਪਣੇ ਬੁੱਲਾਂ ਦੇ ਨਾਲ ਆਪਣੇ ਦੰਦਾਂ ਨੂੰ ਕਚੀਚੀ ਲੈ ਲੈ ਕੇ, ਝਈਆਂ ਲੈ ਲੈ ਕੇ ਪੈਂਦਾ ਗੁੱਸੇ ਦੇ ਨਾਲ, ਪਰ ਜ਼ੋਰ ਕੋਈ ਨਹੀਂ ਚੜ੍ਹਦਾ ਪਿਆ। ਦੁਸ਼ਮਣ ਉੱਚੀ ਥਾਂ ਤੇ ਬੈਠਾ, ਲੱਕੜਾਂ ਦਾ ਸਹਾਰਾ ਲਈ ਬੈਠਾ। ਕਹਿਣ ਲੱਗੇ ਵੀ ਇਸ ਤਰ੍ਹਾਂ ਆਪਣੇ ਸੂਰਮਿਆਂ ਨੂੰ ਦੁਸ਼ਮਣ ਦੇ ਨੇੜੇ ਹੋਣ ਦਾ ਹੁਕਮ ਤੇ ਦਿੰਦਾ ਹੈ, ਪਰ ਇਹਦੇ ਵਿੱਚ ਸਫਲਤਾ ਹੀ ਨਹੀਂ ਹੁੰਦੀ ਹੈ। ਪੀਰ ਹਟੇ ਪਿਖ ਭੀਮ ਸਸੀ ਹਿਤ ਮੋਰਨ ਕੇ ਕਹਿ ਕਹਿ ਲਲਕਾਰੇ। ਕਹਿਣ ਲੱਗੇ ਵੀ ਇਹਦੇ ਸੂਰਮੇ ਪਿੱਛੇ ਹਟ ਪਏ। ਪਿੱਛੇ ਹਟੇ ਜਦੋਂ ਸੂਰਮੇ, ਤੇ ਭੀਮ ਚੰਦ ਵੇਖ ਕੇ ਨਾ ਉਸ ਵੇਲੇ ਫਿਰ ਆਪਣੇ ਸੂਰਮਿਆਂ ਨੂੰ ਲਲਕਾਰਦਾ ਹੈ। ਗੁਰਮੁਖੋ ਸਸੀ ਨਾਮ ਚੰਦਰਮਾ ਦਾ ਹੈ। ਭਾਈ ਸੰਤੋਖ ਸਿੰਘ ਨੇ ਬੜੀ ਸੋਹਣੀ ਕਵਿਤਾ ਲਿਖਦੇ ਪਏ। ਭੀਮ ਚੰਦ ਰਾਜੇ ਦੀ ਥਾਂ ਤੇ ਭੀਮ ਸੱਸ ਲਿਖ ਦਿੱਤਾ। ਸੱਸ ਨਾਮ ਚੰਦਰਮਾ ਦਾ, ਚੰਦਰਮਾ ਤੋਂ ਭਾਵ ਲੈ ਲੈਣਾ ਚੰਦ, ਭੀਮ ਚੰਦ।
ਨਾਮ ਵੀ ਪੂਰਾ ਔਰ ਕਵਿਤਾ ਦਾ ਰੁਖ ਵੀ ਬਦਲ ਦਿੱਤਾ, ਸ਼ਬਦ ਵੀ ਬਦਲ ਦਿੱਤਾ। ਕਹਿਣ ਲੱਗੇ ਭੀਮ ਚੰਦ ਰਾਜਾ ਆਪਣੇ ਸੂਰਮਿਆਂ ਨੂੰ ਲਲਕਾਰ ਕੇ ਮੋੜਦਾ ਹੈ। ਹੇਲ ਕੈ ਮੇਲੋ ਪੇਲੋ ਸ਼ਤਰਨ ਝੇਲੋ ਅਗਰ ਚਲੋ ਪਗ ਧਾਰੇ। ਆਪਣੇ ਸੂਰਮਿਆਂ ਨੂੰ ਆਖਦਾ ਹੇਲ ਕੇ ਮੇਲੋ, ਇਕੱਠੇ ਹੋ ਕੇ ਹੱਲਾ ਕਿਉਂ ਨਹੀਂ ਕਰਦੇ। ਔਰ ਇਸੇ ਤਰ੍ਹਾਂ ਪੇਲੋ ਸ਼ਤਰਨ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਭਜਾਉਂਦੇ ਕਿਉਂ ਨਹੀਂ, ਧੱਕਾ ਮਾਰ ਕੇ ਪਿੱਛੇ ਕਿਉਂ ਨਹੀਂ ਸੁੱਟਦੇ। ਆਪਣੀ ਫੌਜ ਨੂੰ ਕਹਿੰਦਾ ਝੇਲੋ ਅਗਰ, ਦੁਸ਼ਮਣ ਦਾ ਹਮਲਾ ਝੱਲੋ ਆਪਣੇ ਉੱਪਰ। ਅਤੇ ਇਸੇ ਤਰ੍ਹਾਂ ਪੱਗ ਧਾਰੇ, ਚਲੋ ਪੱਗ ਧਾਰੇ, ਅੱਗੇ ਨੂੰ ਪੈਰ ਪੱਟ ਕੇ ਚੱਲੋ, ਪਿੱਛੇ ਕਿਉਂ ਆਉਂਦੇ ਪਏ ਹੋ। ਇਸ ਤਰ੍ਹਾਂ ਭੀਮ ਚੰਦ ਆਪਣੀਆਂ ਫੌਜੀਆਂ ਨੂੰ, ਆਪਣੀ ਫੌਜ ਨੂੰ ਆਖਦਾ ਹੈ ਕੀ ਰਹੋ ਬਾਰ ਬੜੇ ਬਰੀਆ ਰਹੇ ਪ੍ਰੇਰੋ ਵੀਰਨ ਕੋ ਅਗਵਾਰੇ। ਇਸ ਤਰ੍ਹਾਂ ਇਹ ਜਿਹੜੇ ਵੱਡੇ ਜੋਰਾਵਰ ਸੂਰਮੇ ਆਏ ਨੇ, ਵੈਰੀ ਆਇਆ, ਇਹਨਾਂ ਨੂੰ ਘੇਰ ਲਓ ਚਾਰ ਸਪੇਰੇ ਇਹਨਾਂ ਦੇ ਵਾੜੇ ਨੂੰ। ਅਤੇ ਆਪਣੇ ਸੂਰਮਿਆਂ ਨੂੰ ਪ੍ਰੇਰਦਾ ਅੱਗੇ ਜਾਣ ਵਾਸਤੇ, ਵਾਰ-ਵਾਰ ਉਹਨਾਂ ਨੂੰ ਹੁਕਮ ਦਿੰਦਾ ਹੈ। ਭੇ ਫੇਰ ਹਟੇ ਸੁਨ ਕੈ ਭਟ ਜੇ ਵੱਡ ਬਾਹੋ ਚਟਾ ਪਟ ਜੂਜਤ ਡਾਰੇ। ਕਹਿਣ ਲੱਗੇ ਜਿਹੜੇ ਸੂਰਮੇ ਪਿੱਛੇ ਨੂੰ ਮੁੜੇ ਆਉਂਦੇ ਸਨ, ਉਸ ਵੇਲੇ ਰਾਜੇ ਦੀ ਲਲਕਾਰ ਸੁਣ ਕੇ ਇਹ ਫਿਰ ਪਿੱਛੇ ਨੂੰ ਹਟੇ, ਪਿੱਛੇ ਨੂੰ ਮੁੜੇ। ਪਰ ਪਿੱਛੇ ਜਦੋਂ ਮੁੜਦੇ ਨੇ ਨਾ, ਦੁਸ਼ਮਣ ਵਾਲੇ ਪਾਸੇ ਮੂੰਹ ਕਰਦੇ, ਤੇ ਗੁਰਮੁਖੋ ਜੰਗ ਐਸਾ ਭਿਆਨਕ ਹੈ, ਦੁਸ਼ਮਣ ਦੇ ਵੱਲੋਂ ਗੋਲੀਆਂ ਦਾ ਮੀਂਹ ਪਵਾਇਆ ਜਾ ਰਿਹਾ ਹੈ। ਭੀਮ ਚੰਦ ਰਾਜੇ ਦੀ ਫੌਜ ਫਟੜ ਹੋ ਕੇ ਧਰਤੀ ਤੇ ਡਿੱਗਦੀ ਹੈ। ਆਵਤ ਹੇਲ ਬਿਲੋ ਕੈ ਰੋਕਨ ਵੀਰ ਕਟੋਚੀਆ ਮਾਰ ਮਚਾਈ। ਉਸ ਵੇਲੇ ਆਵਤ ਹੇਲ ਬਲੋ ਕੈ ਰੋਕਣ, ਆਉਂਦੇ ਹੋਏ ਸੂਰਮਿਆਂ ਨੂੰ ਵੇਖ ਕੇ ਤੇ ਰੋਕਣ ਵਾਸਤੇ ਜਿਹੜਾ ਕਟੋਚੀਆ ਰਾਜਾ ਹੈ ਨਾ, ਆਪਾਂ ਕੱਲ ਵੀ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤਾ ਸੀ ਵੀ ਇਹ ਕਟੋਚੀਏ ਰਾਜੇ ਦਾ ਨਾਮ ਕਿਰਪਾਲ ਚੰਦ ਹੈ। ਇਸ ਨੇ ਫਿਰ ਕਹਿਣ ਲੱਗੇ ਬਹੁਤ ਜ਼ਿਆਦੀ ਮਾਰ ਮਚਾਈ ਹੈ। ਉੱਪਰ ਤੇ ਗੁਲਕਾਂ ਬਰਖਾਪਤ ਤੋਮਰ ਧੀਰ ਅਨੀ ਦਿਖਰਾਈ। ਇਹਨੇ ਉੱਪਰੋਂ ਗੋਲੀਆਂ, ਗੁਰਮੁਖੋ ਇਹ ਰਾਜੇ ਭਾਵੇਂ ਹਿੰਦੂ ਨੇ ਪਰ ਆਪਸ ਵਿੱਚ ਰਾਜੇ ਪਾੜ ਜਾਂਦੇ ਨੇ, ਇੱਕ ਦੂਜੇ ਦੀ ਮਦਦ ਤੋਂ ਪਿੱਛੇ ਹਟ ਜਾਂਦੇ। ਕੁਝ ਸਮਾਂ ਸੀ ਜਦੋਂ ਇਹ ਕਟੋਚੀਆ ਰਾਜਾ ਭੀਮ ਚੰਦ ਦੇ ਨਾਲ ਰਹਿੰਦਾ ਸੀ। ਅੱਜ ਸਮਾਂ ਹੀ ਇਹੋ ਜਿਹਾ ਬਣ ਗਿਆ ਵੀ ਉਹ ਕਟੋਚੀਆ ਰਾਜਾ ਅਲਫ ਖਾਨ ਪਠਾਨ ਦੇ ਨਾਲ ਮਿਲ ਗਿਆ ਤੇ ਭੀਮ ਚੰਦ ਦਾ ਦੁਸ਼ਮਣ ਬਣ ਗਿਆ। ਕਹਿਣ ਲੱਗੇ ਵੀ ਭੀਮ ਚੰਦ ਰਾਜੇ ਦੀ ਫੌਜ ਤੋਂ ਅੱਗੇ ਵਧੀ ਆ ਨਾ ਮਿਲ ਕੇ, ਤੇ ਇਹ ਕਟੋਚੀਆ ਰਾਜਾ ਜਿਹੜਾ ਇਹ ਨਾਲ ਹੀ ਬੈਠਾ ਸੀ ਉਸ ਅਲਫ ਖਾਨ ਦੇ ਮਦਦ ਵਾਸਤੇ। ਕਹਿਣ ਲੱਗੇ ਵੀ ਉੱਪਰੋਂ ਇਸ ਨੇ ਬਹੁਤ ਜ਼ਿਆਦੀਆਂ ਗੋਲੀਆਂ ਚਲਾਈਆਂ, ਤੇ ਗੋਲੀਆਂ ਚਲਾ ਕੇ ਇਸ ਨੇ ਆਉਂਦੇ ਹੋਏ ਹੱਲੇ ਨੂੰ ਰੋਕਿਆ। ਤੇ ਇਸੇ ਤਰ੍ਹਾਂ ਕਹਿਣ ਲੱਗੇ ਵੀ ਉੱਪਰੋਂ ਗੋਲੀਆਂ ਦੀ ਵਰਖਾ ਕਰਵਾ ਕੇ ਬਹੁਤ ਜ਼ਿਆਦੇ ਵਰਸ਼ੇ ਤੇ ਤੀਰ ਇਸ ਨੇ ਚਲਾ ਕੇ ਭੀਮ ਚੰਦ ਦੀ ਫੌਜ ਨੂੰ ਖਪਾ ਦਿੱਤਾ ਹੈ। ਪ੍ਰੇਰਤ ਫੇਰ ਦਿਓ ਤਬ ਹੇਲ ਸਮੀਪ ਨਾ ਹੋਣ ਦੇ ਸਮੁਦਾਈ। ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਲਕਾਰ ਕੇ ਅੱਗੇ ਵਧਣ ਵਾਸਤੇ ਆਖਿਆ ਸੀ ਨਾ, ਜਦੋਂ ਪਤਾ ਲੱਗਾ ਨਾ ਵੀ ਵਧੇ ਨਹੀਂ, ਤੇ ਉਸ ਵੇਲੇ ਫਿਰ ਭੀਮ ਚੰਦ ਰਾਜੇ ਦੀ ਫੌਜ ਅੱਗੇ ਵਧੀ ਹੈ। ਕਟੋਚੀਏ ਰਾਜੇ ਨੇ ਅੱਗੋਂ ਬਹੁਤ ਜ਼ਿਆਦੀਆਂ ਗੋਲੀਆਂ ਤੇ ਤੀਰ ਚਲਾਏ। ਭੀਮ ਚੰਦ ਦੀ ਫੌਜ ਜ਼ਖਮੀ ਹੋ ਗਏ ਤੇ ਫਿਰ ਪਿੱਛੇ ਨੂੰ ਮੁੜਨ ਵਾਸਤੇ ਮਜਬੂਰ ਹੋ ਗਈ ਹੈ। ਕਾਇਲ ਹਵੈ ਗਰ ਭੂਮ ਪਰੇ ਭਟ ਬ੍ਰਿੰਦ ਮਰੇ ਬੜ ਕੀ ਨ ਲੜਾਈ। ਕਹਿਣ ਲੱਗੇ ਵੀ ਭੀਮ ਚੰਦ ਦੀ ਫੌਜ ਉਥੋਂ ਤੱਕ ਪਹੁੰਚੀ ਨਹੀਂ ਹੈ ਜਿੱਥੇ ਉਹ ਲੱਕੜਾਂ ਦਾ ਵਾੜਾ ਕਰਕੇ ਖਲੋਤੇ ਨਾ, ਲੱਕੜਾਂ ਦੀ ਓਟ ਲੈ ਕੇ ਖਲੋਤੇ ਹੋਏ। ਭੀਮ ਚੰਦ ਰਾਜੇ ਦੀ ਫੌਜ ਉਥੋਂ ਤੱਕ ਪਹੁੰਚ ਹੀ ਨਹੀਂ ਰਹੀ ਹੈ, ਪਹਿਲਾਂ ਹੀ ਫਟੜ ਹੋ ਜਾਂਦੇ, ਜ਼ਖਮੀ ਹੋ ਜਾਂਦੇ। ਇਸ ਕਰਕੇ ਜਿਹੜੇ ਸੂਰਮੇ ਨੇ ਉਹ ਬਹੁਤ ਜ਼ਿਆਦਾ ਘਾਇਲ ਕਹੀਏ ਜ਼ਖਮੀ ਹੋ ਗਏ ਨੇ, ਤੇ ਕੋਈ ਧਰਤੀ ਦੇ ਉੱਪਰ ਡਿੱਗ ਪਏ, ਕੁਝ ਮਰ ਗਏ। ਭੀਮ ਚੰਦ ਦਾ ਨੁਕਸਾਨ ਜ਼ਿਆਦਾ ਹੋ ਰਿਹਾ, ਪਰ ਪ੍ਰਾਪਤੀ ਜੰਗ ਦੇ ਵਿੱਚ